ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਕਰੰਟ ਅਫੇਅਰ ਦੀ ਸੀਰੀਜ਼ ਦਾ ਪਾਰਟ ਨੰਬਰ 8। ਇਸ ਤੋਂ ਪਹਿਲਾਂ ਆਲਰੇਡੀ 7 ਪਾਰਟ ਆ ਚੁੱਕੇ ਨੇ। ਜੇ ਉਹ ਤੁਸੀਂ ਨਹੀਂ ਦੇਖੇ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਰੂਰ ਦੇਖ ਲਿਓ, ਕਿਉਂਕਿ ਇਹ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਦੀ ਸੀਰੀਜ਼ ਹੈ। ਇਸ ਸੀਰੀਜ਼ ਦੇ ਵਿੱਚ ਅਸੀਂ ਪਿਛਲੇ 6 ਮਹੀਨਿਆਂ ਦੇ ਲਾਸਟ 6 ਮੰਥ ਦੇ ਕਰੰਟ ਅਫੇਅਰ ਕਵਰ ਕਰ ਰਹੇ ਹਾਂ। ਤੇ ਜੋ ਸਾਡਾ ਟਾਰਗੇਟ ਹੈ ਨਾ ਕਰੰਟ ਅਫੇਅਰ ਨੂੰ ਕਵਰ ਕਰਨ ਦਾ, ਉਹ ਜੋ ਪੀਪੀਐਸਸੀ ਦੇ ਐਗਜ਼ਾਮ ਆਉਣ ਵਾਲੇ ਨੇ, ਜਿਵੇਂ ਕਿ ਨੈਬ ਤਹਿਸੀਲਦਾਰ ਦੀ ਗੱਲ ਕਰੀਏ, ਆਪਾਂ ਕੋਆਪਰੇਟਿਵ ਇੰਸਪੈਕਟਰ ਦੀ ਗੱਲ ਕਰੀਏ, ਉਹ ਆਉਣ ਵਾਲਾ ਐਗਜ਼ਾਮ ਹੈ, ਜਾਂ ਹੋਰ ਕੋਈ ਵੀ ਪੰਜਾਬ ਪੁਲਿਸ ਦੇ ਪੇਪਰ ਆਉਣੇ ਨੇ, ਜਾਂ ਆਪਾਂ ਪੀਸੀਐਸ ਦੀ ਵੀ ਗੱਲ ਕਰੀਏ, ਜੇ ਪੀਸੀਐਸ ਦਾ ਨੋਟੀਫਿਕੇਸ਼ਨ ਵੀ ਇਸ ਸਾਲ ਦੇ ਐਂਡ ਤੱਕ ਆਉਂਦਾ ਤਾਂ ਉਹਦੇ ਲਈ ਵੀ ਇਹ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਹੋਣਗੇ। ਜੋ ਇਹਨਾਂ ਕਰੰਟ ਅਫੇਅਰ ਦਾ ਲੈਵਲ ਹੈ ਉਹ ਕਾਫੀ ਬੜੀਆ ਲੈਵਲ ਹੈ। ਜੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖਿਆ ਹੋਊਗਾ ਪਹਿਲਾਂ, ਜਾਂ ਤੁਸੀਂ ਦੇਖੋਗੇ, ਤੁਹਾਨੂੰ ਪਤਾ ਲੱਗੂਗਾ ਕਿ ਇੱਕ ਪੈਟਰਨ ਆ ਪ੍ਰੋਪਰ ਸਾਡੇ ਕੋਲ। ਉਹ ਪੈਟਰਨ ਕੀ ਆ ਕਿ ਜੋ ਵੀ ਚੀਜ਼ ਨਿਊਜ਼ ਦੇ ਵਿੱਚ ਚੱਲ ਰਹੀ ਹੈ, ਪਹਿਲਾਂ ਅਸੀਂ ਉਹਨੂੰ ਕਵਰ ਕਰਦੇ ਹਾਂ, ਦੇਖਦੇ ਹਾਂ ਨਿਊਜ਼ ਹੈ ਕੀ ਆ, ਫਿਰ ਉਸ ਨਿਊਜ਼ ਦਾ ਹਿਸਟੋਰੀਕਲ ਬੈਕਗਰਾਉਂਡ ਕੀ ਆ ਸਾਡੇ ਐਗਜ਼ਾਮ ਦੇ ਪਰਸਪੈਕਟਿਵ ਦੇ ਲਈ। ਮਤਲਬ ਕਿ ਕਰੰਟ ਪਲੱਸ ਸਟੈਟਿਕ ਦੋਨਾਂ ਨੂੰ ਹੀ ਕਵਰ ਕਰ ਰਹੀ ਹੈ ਪੂਰੀ ਦੀ ਪੂਰੀ ਸੀਰੀਜ਼। ਤੇ ਜੇ ਆਪਾਂ ਇਸ ਸੀਰੀਜ਼ ਦੇ ਸੋਰਸਿਸ ਦੀ ਗੱਲ ਕਰੀਏ ਤਾਂ ਜੋ ਬੱਚੇ ਦਾ ਹਿੰਦੂ ਨਿਊਜ਼ਪੇਪਰ ਪੜ੍ਹਦੇ ਨੇ, ਜਾਂ ਹੋਰ ਦਾ ਇੰਡੀਅਨ ਐਕਸਪ੍ਰੈਸ ਵਗੈਰਾ ਜਾਂ ਟ੍ਰਿਬਿਊਨ ਦੀ ਗੱਲ ਕਰੀਏ, ਹੁਣ ਉਹਨਾਂ ਬੱਚਿਆਂ ਨੂੰ ਕੋਈ ਵੀ ਨਿਊਜ਼ਪੇਪਰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਜੋ ਇਹ ਪੂਰੀ ਦੀ ਪੂਰੀ ਸੀਰੀਜ਼ ਨੂੰ ਫੋਲੋ ਕਰਨਗੇ ਤਾਂ ਉਹਨਾਂ ਦੇ ਜਿਹੜੇ ਮੈਂ ਐਗਜ਼ਾਮ ਦੀ ਗੱਲ ਕੀਤੀ ਆ, ਈਵਨ ਜੇ ਤੁਸੀਂ ਯੂਪੀਐਸਸੀ ਦਾ ਪ੍ਰੀ ਵੀ ਲੈ ਲਓ ਤਾਂ ਉੱਥੇ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰੇਗੀ ਪੂਰੀ ਦੀ ਪੂਰੀ ਸੀਰੀਜ਼। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਦੀ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਜੋ ਵੀ ਕੁਐਸਚਨ ਤੁਹਾਡੇ ਕੋਲ ਮੈਂ ਪੁੱਛਾਂ ਉਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਿਆ ਕਰੋ, ਅਤੇ ਪੂਰੇ ਧਿਆਨ ਨਾਲ ਇਸ ਵੀਡੀਓ ਨੂੰ ਸਮਝਿਆ ਤੇ ਸੁਣਿਆ ਕਰੋ। ਜਿਵੇਂ ਕਿ ਸਾਡੇ ਇਸ ਪੂਰੀ ਦੀ ਪੂਰੀ ਸੀਰੀਜ਼ ਦਾ ਇੱਕ ਸਲੋਗਨ ਵੀ ਹੈ, ਉਹ ਕੀ ਹੈ, ਇਸ ਤੋਂ ਬਾਹਰ ਕੁਝ ਵੀ ਨਹੀਂ। ਅਸੀਂ ਪੂਰੇ ਐਫਰਟ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਸਿਸਟਮੈਟਿਕ ਵੇ ਦੇ ਨਾਲ ਕਰੰਟ ਅਫੇਅਰ ਨੂੰ ਕਵਰ ਕੀਤਾ ਜਾਵੇ, ਤਾਂ ਕਿ ਜੋ ਵੀ ਤੁਹਾਡੇ ਐਗਜ਼ਾਮ ਆਉਣ ਉਹਨਾਂ ਵਿੱਚ ਜੋ ਕਰੰਟ ਅਫੇਅਰ ਆਵੇ ਉਹ ਘੱਟੋ ਘੱਟ ਇਸ ਸੀਰੀਜ਼ ਤੋਂ ਬਾਹਰ ਨਾ ਆਵੇ। ਪਲੱਸ ਜੇ ਕਿਤੇ ਨਾ ਕਿਤੇ ਸਾਡੀ ਇਹ ਸੀਰੀਜ਼ ਤੁਹਾਡੇ ਸਟੈਟਿਕ ਪਾਰਟ ਦੇ ਵਿੱਚ ਵੀ ਹੈਲਪ ਕਰ ਸਕੇ ਤਾਂ ਉਹ ਕਰਦੀ ਹੋਵੇ। ਚਲੋ ਸ਼ੁਰੂ ਕਰਦੇ ਹਾਂ ਜੀ। ਕਾਫੀ ਬੱਚੇ ਮੈਨੂੰ ਮੈਸੇਜ ਕਰਦੇ ਆ ਕਿ ਸਰ ਜੀ ਇਹਦੀ ਪੀਡੀਐਫ ਨਹੀਂ ਮਿਲੀ, ਕਮੈਂਟ ਬਾਕਸ ਵਿੱਚ ਆਉਂਦਾ ਹੁੰਦਾ ਮੇਰੇ ਕੋਲ ਮੈਸੇਜ। ਦੇਖੋ ਜੀ, ਇਹਦੀ ਪੀਡੀਐਫ ਇੱਕ ਟੈਲੀਗ੍ਰਾਮ ਤੇ ਚੈਨਲ ਹੈ ਜਿਹਦਾ ਨਾਮ ਹੈਗਾ ਫਤਿਹ ਸਰ। ਠੀਕ ਹੈ, ਮੈਂ ਹਰੇਕ ਵੀਡੀਓ ਵਿੱਚ ਦੱਸਦਾ ਹਾਂ, ਫਤਿਹ ਸਰ ਉਸ ਚੈਨਲ ਦਾ ਨਾਮ ਹੈ। ਤੁਸੀਂ ਉਸ ਚੈਨਲ ਤੇ ਜਾਓ, ਉਸ ਚੈਨਲ ਤੇ ਇਸ ਲੈਕਚਰ ਦੀ ਵੀ ਅਤੇ ਇਸ ਤੋਂ ਪੁਰਾਣੇ ਜਿੰਨੇ ਵੀ ਲੈਕਚਰ ਆਏ ਨੇ ਉਹਨਾਂ ਦੀਆਂ ਪੀਡੀਐਫਸ ਮਿਲ ਜਾਣਗੀਆਂ। ਨਾਲ ਦੀ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਵੀ ਕੋਈ ਇੰਪੋਰਟੈਂਟ ਨਿਊਜ਼ ਹੋਵੇ ਜਾਂ ਕੋਈ ਕੁਝ ਵੀ ਇੰਪੋਰਟੈਂਟ ਹੈਗਾ ਆਪਣੇ ਐਗਜ਼ਾਮ ਦੇ ਪਰਸਪੈਕਟਿਵ ਦੇ ਲਈ, ਉਹ ਵੀ ਉਸ ਚੈਨਲ ਤੇ ਮੈਂ ਅਪਲੋਡ ਕਰਦਾ ਰਹਿਣਾ। ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਫਸਟ ਨਿਊਜ਼ ਹੈ ਆਪਣੇ ਕੋਲੇ, ਇੰਡੀਆ ਸਟੇਟ ਫੋਰੈਸਟ ਰਿਪੋਰਟ 2021। ਇੰਡੀਆ ਦੇ ਫੋਰੈਸਟ ਨੂੰ ਲੈ ਕੇ ਇੱਕ ਰਿਪੋਰਟ ਆਈ ਹੈ, ਖਾਸ ਕਰ ਸਟੇਟਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਉਹ ਰਿਪੋਰਟ ਹੈ। ਆਪਾਂ ਦੇਖਦੇ ਹਾਂ ਜੀ ਇਸ ਰਿਪੋਰਟ ਦੇ ਵਿੱਚ ਕੀ ਹੈ, ਕਿਉਂਕਿ ਇੱਥੋਂ ਬਹੁਤ ਕੁਐਸਚਨ ਬਣਨ ਦੇ ਚਾਂਸਸ ਹੁੰਦੇ ਨੇ। ਨਿਊਜ਼ ਕੀ ਆ ਕਿ ਜਿਹੜੀ ਯੂਨੀਅਨ ਮਿਨਿਸਟਰੀ ਆਫ ਐਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਆ, ਜਿਹਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ MOEFCC ਕਹਿੰਦੇ ਆ, ਉਹਨਾਂ ਨੇ ਇੱਕ ਰਿਪੋਰਟ ਰਿਲੀਜ਼ ਕੀਤੀ ਹੈ ਜਿਹਦਾ ਨਾਮ ਹੈਗਾ ਆ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ 2021। ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ 2021 ਇਹ ਰਿਪੋਰਟ ਆ ਚੁੱਕੀ ਹੈ। ਇਸ ਰਿਪੋਰਟ ਦਾ ਕੰਮ ਕੀ ਹੈ ਨੇ, ਅਸੈਸਮੈਂਟ ਕਰਨੀ ਆ ਇੰਡੀਆ ਦੇ ਫੋਰੈਸਟ ਏਰੀਏ ਦੀ, ਜਾਂ ਜਿਹੜਾ ਟਰੀ ਕਵਰ ਏਰੀਆ ਆ ਉਹਨੂੰ ਕਰੂਗੀ, ਦੇਖੂਗੀ ਵੀ ਹਾਂ ਕਿੰਨਾ ਕੁ ਸਾਡੇ ਕੋਲ ਟਰੀ ਕਵਰ ਏਰੀਆ ਹੈਗਾ ਤੇ ਫੋਰੈਸਟ ਕਿੰਨਾ ਆ। ਤੇ ਜਿਹੜੀ ਇਹ ਰਿਪੋਰਟ ਆ ਉਹ 2 ਸਾਲ ਬਾਅਦ ਪਬਲਿਸ਼ ਕੀਤੀ ਜਾਂਦੀ ਹੈ। ਇਹ ਰਿਪੋਰਟ ਫੋਰੈਸਟ ਸਰਵੇ ਆਫ ਇੰਡੀਆ ਦੇ ਦੁਆਰਾ ਪਬਲਿਸ਼ ਕੀਤੀ ਜਾਂਦੀ ਹੈ। ਫਸਟ ਸਰਵੇ ਦੀ ਗੱਲ ਕਰੀਏ ਤਾਂ 1987 ਦੇ ਵਿੱਚ ਕੀਤਾ ਗਿਆ ਸੀਗਾ, ਤੇ ਉਦੋਂ ਬਾਅਦ ਜਿਹੜਾ ਇਸ ਵਾਰ 2021 ਵਾਲਾ ਸਰਵੇ ਆ ਉਹ 17th ਸਰਵੇ ਆ। ਇਹਦਾ ਨੰਬਰ ਵੀ ਯਾਦ ਰੱਖ ਲਿਓ, ਕਈ ਵਾਰ ਇੱਥੋਂ ਵੀ ਕੁਐਸਚਨ ਬਣ ਜਾਂਦਾ ਆ। 3 ਕੈਟੇਗਰੀ ਦੇ ਵਿੱਚ ਫੋਰੈਸਟ ਨੂੰ ਰੱਖਿਆ ਗਿਆ ਆ। ਸਭ ਤੋਂ ਪਹਿਲੀ ਕੈਟੇਗਰੀ ਹੈਗੀ ਆ ਵੈਰੀ ਡੈਂਸ ਫੋਰੈਸਟ, ਕਾਫੀ ਸੰਘਣੇ ਵਣ ਜਿਹੜੇ ਹੁੰਦੇ ਆ, ਕਾਫੀ ਸੰਘਣੇ ਜੰਗਲ ਆਪਾਂ ਗੱਲ ਕਰ ਲਈਏ। ਦੂਜੇ ਨੰਬਰ 'ਤੇ ਹੈਗਾ ਮੋਡਰੇਟ ਡੈਂਸ ਫੋਰੈਸਟ। ਹੁਣ ਡੈਂਸਿਟੀ ਕਿੱਥੋਂ ਸਾਨੂੰ ਪਤਾ ਲੱਗ ਗਿਆ, ਉਹਦੀ ਕੈਨੋਪੀ ਤੋਂ। ਕੈਨੋਪੀ ਮੀਨਸ ਜਿਹੜੀ ਕਿਸੇ ਤੁਸੀਂ ਟਰੀ ਦੇ ਉੱਪਰ ਛਤਰੀ ਦੇਖੋਗੇ, ਉਹਦੀਆਂ ਟਾਹਣੀਆਂ ਦੇਖੋਗੇ, ਉਹਨਾਂ ਨੂੰ ਅਸੀਂ ਕੈਨੋਪੀ ਕਹਿੰਦੇ ਆ। ਜੇ ਤਾਂ ਉਹ 70% ਤੋਂ ਓਵਰ ਆ ਤਾਂ ਉਹ ਹੋਊਗਾ ਸਾਡੇ ਕੋਲੇ ਵੈਰੀ ਡੈਂਸ ਫੋਰੈਸਟ। ਜੇ ਉਹ 40 ਤੋਂ 70% ਦੇ ਵਿੱਚ ਆ ਉਹ ਮੋਡਰੇਟ ਹੋਊਗਾ, ਤੇ ਜੇ ਉਹ 10% ਤੱਕ ਆ ਜਾਂ ਉਦੋਂ 40% ਦੇ ਵਿੱਚ ਆ ਉਹਨਾਂ ਨੂੰ ਅਸੀਂ ਓਪਨ ਫੋਰੈਸਟ ਕਹਿੰਦੇ ਆ। ਇੱਕ ਸਾਡੇ ਕੋਲ ਹੋਰ ਟਰਮ ਹੁੰਦੀ ਆ ਸ਼ਰਬਸ। ਸ਼ਰਬਸ ਕੀ ਆ, ਜਿਨ੍ਹਾਂ ਦੀ ਕੈਨੋਪੀ 10% ਤੋਂ ਵੀ ਘੱਟ ਹੋਵੇ ਉਹਨਾਂ ਨੂੰ ਅਸੀਂ ਸ਼ਰਬਸ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ। ਇਹਨਾਂ ਨੂੰ ਅਸੀਂ ਫੋਰੈਸਟ ਦੀ ਕੈਟੇਗਰੀ 'ਚ ਡਿਵਾਈਡ ਨਹੀਂ ਕਰਦੇ, ਹਾਂ, ਲੇਕਿਨ ਇਹ ਵੈਸੇ ਹੁੰਦੇ, ਇਹਨਾਂ ਦਾ ਸਰਵੇ ਜ਼ਰੂਰ ਕੀਤਾ ਜਾਂਦਾ, ਲੇਕਿਨ ਇਹ ਫੋਰੈਸਟ ਦੀ ਕੈਟੇਗਰੀ 'ਚ ਨਹੀਂ ਆਉਂਦੇ। ਹੁਣ ਆਪਾਂ ਦੇਖਦੇ ਹਾਂ ਕਿ ਜੋ ਫੋਰੈਸਟ ਆਪਣੀ ਰਿਪੋਰਟ ਆਈ ਆ ਉਹਦੀਆਂ ਫਾਈਂਡਿੰਗਸ ਕੀ ਨੇ। ਸਾਨੂੰ ਇਹ ਪਤਾ ਲੱਗਦਾ ਕਿ ਜਿਹੜਾ ਫੋਰੈਸਟ ਤੇ ਟਰੀ ਕਵਰ ਏਰੀਆ ਹੈ ਉਹ ਵਧਿਆ ਆ ਥੋੜ੍ਹਾ ਜਿਹਾ। ਠੀਕ ਆ, ਸਭ ਤੋਂ ਇੰਪੋਰਟੈਂਟ ਗੱਲ ਕੀ ਆ, ਉਹ ਇਨਕਰੀਜ਼ ਹੋ ਰਿਹਾ ਆ। ਤੇ ਉਹ ਲਗਭਗ ਕਿੰਨਾ ਇਨਕਰੀਜ਼ ਹੋਇਆ ਆ, 1540 ਸਕੁਅਰ ਕਿਲੋਮੀਟਰ ਦੇ ਅਰਾਊਂਡ ਉਹ ਇਨਕਰੀਜ਼ ਹੋ ਗਿਆ ਆ। ਜੇ ਆਪਾਂ ਟੋਟਲ ਫੋਰੈਸਟ ਦੀ ਗੱਲ ਕਰੀਏ, ਅਕੋਰਡਿੰਗ ਟੂ ਨਿਊ ਰਿਪੋਰਟ ਜਿਹੜੀ ਸਾਡੇ ਕੋਲ ਆਈ ਆ,
ਟੋਟਲ ਫੋਰੈਸਟ ਤੇ ਟਰੀ ਕਵਰ ਏਰੀਆ ਸਾਡੇ ਕੋਲ ਹੈਗਾ ਜੀ 80.9 ਮਿਲੀਅਨ ਹੈਕਟੇਅਰ ਦਾ, 80.9 ਹੈਕਟੇਅਰ ਜੋ ਮਿਲੀਅਨ ਹੈਕਟੇਅਰ ਆ, ਜੋ ਕਿ ਸਾਡੇ ਪੂਰੇ ਇੰਡੀਆ ਦਾ 24.62% ਬਣਦਾ। ਠੀਕ ਆ, ਵੈਸੇ ਸਾਡਾ ਟਾਰਗੇਟ ਹੈਗਾ ਆ 33% ਦਾ, ਕਿ ਅਸੀਂ ਜਿੰਨਾ ਵੀ ਸਾਡੇ ਇੰਡੀਆ ਦਾ ਟੋਟਲ ਏਰੀਆ ਆ ਉਹਦਾ 33% ਏਰੀਆ ਅਸੀਂ ਕਾਹਦੇ ਅੰਡਰ ਲੈ ਕੇ ਆਉਣਾ ਜੀ, ਫੋਰੈਸਟ ਦੇ ਅੰਡਰ। ਲੇਕਿਨ ਐਟ ਪ੍ਰੈਜ਼ੈਂਟ ਸਾਡੇ ਕੋਲ ਕੀ ਆ 24.62%। ਤੇ ਜੋ ਪਿਛਲਾ ਸਰਵੇ ਹੋਇਆ ਸੀਗਾ ਉਹਦੇ ਨਾਲੋਂ ਵਧੀਆ ਆ। ਪਿਛਲਾ ਸਰਵੇ ਕਦੋਂ ਹੋਇਆ ਸੀਗਾ 2019 ਦੇ ਵਿੱਚ, ਇਸ ਵਾਲਾ ਹੋਇਆ 2021 ਦੇ ਵਿੱਚ, ਕਿਉਂਕਿ ਸਾਨੂੰ ਪਤਾ ਕਿ 2 ਸਾਲ ਬਾਅਦ ਹੀ ਹੁੰਦਾ। ਜਿਹੜੇ ਟੌਪ ਦੇ 3 ਸਟੇਟਸ ਨੇ ਜਿੱਥੇ ਕਿ ਫੋਰੈਸਟ ਕਵਰ ਇਨਕਰੀਜ਼ ਹੋਇਆ, ਦੇਖੋ ਇਹ ਜ਼ਿਆਦਾ ਦੀ ਗੱਲ ਨਹੀਂ ਕਰ ਰਿਹਾ ਕਿ ਜ਼ਿਆਦਾ ਫੋਰੈਸਟ ਕਿੱਥੇ ਹੋਇਆ, ਕਰ ਰਿਹਾ ਕਿ ਇਨਕਰੀਜ਼ ਕਿੱਥੇ ਹੋਇਆ। ਠੀਕ ਹੈ, ਸਭ ਤੋਂ ਵਧੀਆ ਇਨਕਰੀਜ਼ ਹੋਇਆ ਆਂਧਰਾ ਪ੍ਰਦੇਸ਼ ਦੇ ਵਿੱਚ। ਦੂਜੇ ਨੰਬਰ ਤੇ ਉਹ ਸਟੇਟ ਆ ਜਿੱਥੇ ਕਿ ਤੇਲੰਗਾਨਾ, ਜਿੱਥੇ ਇਨਕਰੀਜ਼ ਹੋਇਆ ਫੋਰੈਸਟ ਕਵਰ ਦੇ ਵਿੱਚ। ਤੇ ਤੀਜੇ ਨੰਬਰ ਤੇ ਸਾਡੇ ਕੋਲ ਹੈਗਾ ਜੀ ਉੜੀਸਾ, ਜਿੱਥੇ ਕਿ ਫੋਰੈਸਟ ਕਵਰ ਦੇ ਵਿੱਚ ਇਨਕਰੀਜ਼ ਹੋਇਆ। ਧਿਆਨ ਰੱਖਿਓ, ਮੈਂ ਇਹ ਨਹੀਂ ਕਿਹਾ ਕਿ ਸਭ ਤੋਂ ਜ਼ਿਆਦਾ ਕਿੱਥੇ ਆ, ਉਹ ਆਪਾਂ ਹੁਣ ਦੇਖਾਂਗੇ। ਏਰੀਆ ਵਾਈਜ਼ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ ਹੈਗਾ ਮੱਧ ਪ੍ਰਦੇਸ਼ ਦੇ ਵਿੱਚ, ਆਪਾਂ ਸਟੇਟਸ ਦੀ ਗੱਲ ਕਰ ਰਹੇ ਹਾਂ। ਸੈਕਿੰਡ ਨੰਬਰ ਤੇ ਹੈਗਾ ਸਾਡੇ ਕੋਲੇ ਅਰੁਣਾਚਲ ਪ੍ਰਦੇਸ਼, ਥਰਡ ਨੰਬਰ ਤੇ ਹੈਗਾ ਛੱਤੀਸਗੜ੍ਹ, ਉੜੀਸਾ ਅਤੇ ਮਹਾਰਾਸ਼ਟਰਾ। ਇਹ ਸਾਡੇ ਕੋਲ ਹੈਗਾ ਏਰੀਆ ਵਾਈਜ਼, ਕਿ ਕਿਲੋਮੀਟਰ ਦੇ ਵਿੱਚ ਆਪਾਂ ਜੇ ਦੇਖੀਏ ਵੀ ਕਿੰਨੇ ਸਕੁਅਰ ਕਿਲੋਮੀਟਰ ਫੋਰੈਸਟ ਆ, ਉੱਥੇ ਮੱਧ ਪ੍ਰਦੇਸ਼ ਟੌਪ ਦੇ ਉੱਤੇ ਆ। ਹੁਣ ਆਪਾਂ ਗੱਲ ਕਰਦੇ ਹਾਂ ਪਰਸੈਂਟੇਜ ਦੇ ਅਕੋਰਡਿੰਗ, ਮਤਲਬ ਕਿ ਉਸ ਸਟੇਟ ਦਾ ਟੋਟਲ ਏਰੀਆ ਕਿੰਨਾ ਹੈ ਤੇ ਉਹਦੇ ਵਿੱਚੋਂ ਕਿੰਨੇ ਪਰਸੈਂਟ ਫੋਰੈਸਟ ਆ। ਫੋਰੈਸਟ ਜਿਹੜਾ ਹੈਗਾ ਪਰਸੈਂਟੇਜ ਦੇ ਅਕੋਰਡਿੰਗ ਸਭ ਤੋਂ ਪਹਿਲੇ ਨੰਬਰ ਤੇ ਸਾਡੇ ਕੋਲ ਹੈਗਾ ਮਿਜ਼ੋਰਮ, 84% ਉਸ ਸਟੇਟ ਦਾ ਏਰੀਆ ਜਿਹੜਾ ਹੈ ਉਹ ਫੋਰੈਸਟ ਕਵਰ ਦੇ ਅੰਡਰ ਆ। ਠੀਕ ਹੈ, ਸਾਡਾ ਟਾਰਗੇਟ ਕੀ ਹੈ 33% ਦਾ, ਲੇਕਿਨ ਇਹ ਕਿੰਨਾ ਹੈ 84%। ਸੈਕਿੰਡ ਸਾਡੇ ਕੋਲ ਸਟੇਟ ਹੈਗੀ ਆ ਅਰੁਣਾਚਲ ਪ੍ਰਦੇਸ਼, ਉਹਦਾ ਹੈਗਾ 79% ਦੇ ਅਰਾਊਂਡ। ਥਰਡ ਹੈਗੀ ਆ ਮੇਘਾਲਿਆ 76% ਦੇ ਅਰਾਊਂਡ। ਫੋਰਥ ਹੈਗੀ ਆ ਮਨੀਪੁਰ, ਫਿਰ ਨਾਗਾਲੈਂਡ। ਮਤਲਬ ਕੀ ਆ ਜਿਹੜੀਆਂ ਨਾਰਥ ਈਸਟਰਨ ਵਾਲੀਆਂ ਸਟੇਟਸ ਆ ਉਹ ਸਾਰੀਆਂ ਮਿਜ਼ੋਰਮ ਤੋਂ ਲੈ ਕੇ ਅਰੁਣਾਚਲ, ਮੇਘਾਲਿਆ, ਮਨੀਪੁਰ ਤੇ ਨਾਗਾਲੈਂਡ, ਉਹਨਾਂ ਵਿੱਚ ਕਾਫੀ ਅੱਛੀ ਪਰਸੈਂਟੇਜ ਆ ਫੋਰੈਸਟ ਦੀ। ਨੈਕਸਟ ਆਪਾਂ ਦੇਖਦੇ ਹਾਂ ਕਿ ਇਦਾਂ ਦੀਆਂ ਕੁਝ ਯੂਟੀਜ਼ ਵੀ ਆ ਜਿਹੜੀਆਂ ਕਿ ਟੌਪ ਤੇ ਆਉਂਦੀਆਂ। ਆਪਾਂ ਹੁਣ ਸਟੇਟ ਪਲੱਸ ਯੂਟੀਜ਼ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਫੋਰੈਸਟ ਕਵਰ ਏਰੀਆ, ਦੋਨਾਂ ਨੂੰ ਆਪਾਂ ਕਾਊਂਟ ਕਰਾਂਗੇ। ਇਸ ਦੇ ਅਕੋਰਡਿੰਗ ਜਿਹੜੀਆਂ ਟੌਪ ਦੀਆਂ 5 ਸਟੇਟ ਤੇ ਯੂਟੀਜ਼ ਨੇ ਉਹ ਹੈਗੀਆਂ ਲਕਸ਼ਦੀਪ। ਹਾਲਾਂਕਿ ਲਕਸ਼ਦੀਪ ਯੂਟੀ ਆਉਂਦੀ ਆ, ਲੇਕਿਨ ਜੇ ਆਪਾਂ ਇਹਨੂੰ ਕੈਟਾਗਰੀ ਦੇ ਵਿੱਚ ਕਰਾਂਗੇ ਸਟੇਟ ਤੇ ਯੂਟੀ ਇਕੱਠਾ ਹੀ, ਫਿਰ ਸਾਡੇ ਕੋਲ ਲਕਸ਼ਦੀਪ ਪਹਿਲੇ ਨੰਬਰ ਤੇ ਆ ਸਭ ਤੋਂ ਵੱਧ ਫੋਰੈਸਟ ਪਰਸੈਂਟੇਜ ਦੇ ਹਿਸਾਬ ਨਾਲ। ਸੈਕਿੰਡ ਨੰਬਰ ਤੇ ਹੈਗਾ ਮਿਜ਼ੋਰਮ, ਥਰਡ ਨੰਬਰ ਤੇ ਹੈਗਾ ਅੰਡੇਮਾਨ ਨਿਕੋਬਾਰ, ਚੌਥੇ ਨੰਬਰ ਤੇ ਹੈਗਾ ਅਰੁਣਾਚਲ ਪ੍ਰਦੇਸ਼, ਪੰਜਵੇਂ ਨੰਬਰ ਤੇ ਹੈਗਾ ਮੇਘਾਲਿਆ। ਠੀਕ ਆ, ਇਹ ਵੀ ਯਾਦ ਰੱਖਿਓ ਕਿਉਂਕਿ ਇੱਥੋਂ ਮੈਂ ਦੱਸਾਂ ਜਿਹੜਾ CDS ਦਾ ਇਸ ਵਾਰ ਐਗਜ਼ਾਮ ਆਇਆ ਸੀਗਾ, ਉੱਥੇ ਇੱਥੋਂ ਕੁਐਸਚਨ ਬਣ ਗਿਆ ਸੀਗਾ। ਇਹ ਮੈਂ ਉਦੋਂ ਕਲਾਸ ਦੇ ਵਿੱਚ ਆਫਲਾਈਨ ਬੱਚਿਆਂ ਨੂੰ ਕਰਵਾਇਆ ਸੀਗਾ, ਲੇਕਿਨ ਇਹ ਹੁਣ ਇੱਥੋਂ ਕੁਐਸਚਨ ਬਣ ਚੁੱਕਾ ਸੀਗਾ। ਚਲੋ ਅੱਗੇ ਚੱਲਦੇ ਆਪਾਂ। ਨੈਕਸਟ ਹੈਗਾ ਸਾਡੇ ਕੋਲੇ ਕੁਝ ਇਦਾਂ ਦੀਆਂ ਯੂਟੀਜ਼ ਜਾਂ ਆਪਾਂ ਸਟੇਟਸ ਦੀ ਗੱਲ ਕਰੀਏ ਜਿੱਥੇ ਕਿ 10% ਤੋਂ ਵੀ ਘੱਟ ਫੋਰੈਸਟ ਆ। ਹੁਣ ਇੱਥੇ ਦੋਨੋਂ ਕੰਬਾਈਨਡ ਆ, ਯੂਟੀ ਵੀ ਆ ਤੇ ਸਟੇਟ ਵੀ ਆ। ਐਗਜ਼ਾਮੀਨਰ ਤੁਹਾਨੂੰ ਕੀ ਪੁੱਛੂਗਾ, ਤੁਸੀਂ ਧਿਆਨ ਦੇਣਾ ਐਗਜ਼ਾਮ ਦੇ ਵਿੱਚ। ਲਕਸ਼ਦੀਪ ਦੇ ਵਿੱਚ ਸਭ ਤੋਂ ਘੱਟ ਫੋਰੈਸਟ ਆ, ਉਹ ਹੈਗਾ ਆ 1.35%। ਲਕਸ਼ਦੀਪ ਕੀ ਆ, ਇਟ ਇਜ਼ ਅ ਯੂਟੀ। ਹਰਿਆਣਾ ਸਟੇਟ ਆ, ਸਭ ਤੋਂ ਘੱਟ ਫੋਰੈਸਟ ਆ 3.63%। ਪੰਜਾਬ 3.67%, ਸੈਕਿੰਡ ਨੰਬਰ ਤੇ ਆ ਥੱਲਿਓਂ ਫੋਰੈਸਟ ਕਵਰ ਦੇ ਏਰੀਆ ਦੇ ਵਿੱਚ। ਉਦੋਂ ਬਾਅਦ ਹੈਗਾ ਰਾਜਸਥਾਨ, ਫਿਰ ਹੈਗਾ ਸਾਡੇ ਕੋਲੇ ਉੱਤਰ ਪ੍ਰਦੇਸ਼, ਗੁਜਰਾਤ ਤੇ ਬਿਹਾਰ। ਇਹ ਉਹ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਘੱਟ ਫੋਰੈਸਟ ਕਵਰ ਏਰੀਆ ਪਾਇਆ ਜਾਂਦਾ। ਜੇ ਐਗਜ਼ਾਮੀਨਰ ਨੇ ਪੁੱਛਿਆ ਯੂਟੀ ਸਭ ਤੋਂ ਘੱਟ ਕਿਹੜੀ ਹੈ ਜੀ, ਲਕਸ਼ਦੀਪ। ਜੇ ਪੁੱਛਿਆ ਸਟੇਟ ਸਭ ਤੋਂ ਘੱਟ ਕਿਹੜੀ ਆ, ਹਰਿਆਣਾ। ਜੇ ਉਹਨੇ ਪੁੱਛਿਆ ਯੂਟੀ ਓਬਲੀਕ ਸਟੇਟ, ਫਿਰ ਕਿਹੜਾ ਆਊਗਾ ਜੀ, ਲਕਸ਼ਦੀਪ ਹੀ ਆਊਗਾ। ਚਲੋ ਅੱਗੇ ਚੱਲਦੇ ਹਾਂ। ਜੇ ਆਪਾਂ ਮੈਨਗਰੂਵ ਦੀ ਗੱਲ ਕਰੀਏ ਤਾਂ ਮੈਨਗਰੂਵ ਦਾ ਏਰੀਆ ਵੀ ਇਨਕਰੀਜ਼ ਹੋ ਰਿਹਾ ਪਹਿਲੇ ਟਾਈਮ ਨਾਲੋਂ, ਜੋ ਕਿ ਉੜੀਸਾ ਦੇ ਵਿੱਚ ਕਾਫੀ ਅੱਛੇ ਇਨਕਰੀਜ਼ ਹੋ ਗਿਆ, ਮਹਾਰਾਸ਼ਟਰ ਦੇ ਵਿੱਚ ਵੀ ਇਨਕਰੀਜ਼ ਹੋ ਗਿਆ ਤੇ ਕਰਨਾਟਕਾ ਦੇ ਵਿੱਚ ਵੀ ਇਨਕਰੀਜ਼ ਹੋ ਗਿਆ ਮੈਨਗਰੂਵ ਦਾ ਏਰੀਆ। ਮੈਨਗਰੂਵ ਕੀ ਹੁੰਦੇ ਆ, ਇੱਦਾਂ ਦੇ ਜਿਹੜੀ ਸਾਡੇ ਕੋਲ ਵੈਜੀਟੇਸ਼ਨ ਹੁੰਦੀ ਆ ਜੋ ਕਿ ਸਮੁੰਦਰ ਜਾਂ ਕਿਸੇ ਪਾਣੀ ਦੇ ਕਿਨਾਰੇ ਮਿਲਦੀ ਆ। ਤੁਸੀਂ ਕਿਤੇ ਵੀ ਜਿੱਥੇ ਪਾਣੀ ਜ਼ਿਆਦਾ ਟਾਈਮ ਜਮ੍ਹਾਂ ਰਹਿੰਦਾ ਹੋਵੇ ਉੱਥੇ ਇੱਦਾਂ ਦੇ ਦਰਖਤ ਦੇਖੇ ਹੋਣਗੇ। ਇਹਨਾਂ ਦੇ ਜਿਹੜੀਆਂ ਰੂਟਸ ਹੁੰਦੀਆਂ, ਜੜ੍ਹਾਂ ਹੁੰਦੀਆਂ, ਉਹ ਪਾਣੀ ਦੇ ਵਿੱਚ ਹੁੰਦੀਆਂ ਬਿਲਕੁਲ। ਤੇ ਇਹਨਾਂ ਦੀ ਇਹ ਪ੍ਰੋਪਰਟੀ ਹੁੰਦੀ ਹੈ ਕਿ ਇਹ ਸੈਲਾਈਨ ਵਾਟਰ ਨੂੰ, ਪਾਣੀ ਕਿਹੜਾ ਸਮੁੰਦਰੀ ਪਾਣੀ ਜਿਹੜਾ ਹੁੰਦਾ ਉਹ ਵਾਲਾ ਹੁੰਦਾ, ਇਹਨਾਂ ਦੀ ਪ੍ਰੋਪਰਟੀ ਕੀ ਹੈ, ਪਾਣੀ ਉਹ ਵੀ ਖਾਸ ਕਰ ਸੈਲਾਈਨ ਵਾਟਰ ਨੂੰ ਆਪਣੇ ਆਪ ਨੂੰ ਉਹਦੇ ਵਿੱਚ ਸਰਵਾਈਵ ਕਰ ਪਾਉਂਦੇ। ਸਭ ਤੋਂ ਵੱਡੀ ਪ੍ਰੋਪਰਟੀ ਹੈਗੀ ਆ ਮੈਨਗਰੂਵ ਦੀ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆਪਣੇ ਕੋਲੇ ਸੋਲਿਡ ਸਟੇਟ ਬੈਟਰੀਜ਼ ਦੀ। ਸੋਲਿਡ ਸਟੇਟ ਬੈਟਰੀਜ਼, ਇਹ ਨਿਊਜ਼ ਦੇ ਵਿੱਚ ਸੀਗਾ। ਨਿਊਜ਼ ਦੇ ਵਿੱਚ ਕੀ ਸੀਗਾ ਕਿ ਜਿਹੜੀ ਫੋਕਸਵੈਗਨ ਆ ਉਹਨਾਂ ਨੇ ਪ੍ਰੋਡਕਸ਼ਨ ਸ਼ੁਰੂ ਕਰ ਦੇਣੀ ਆ ਸੋਲਿਡ ਸਟੇਟ ਬੈਟਰੀ ਦੀ 2025 ਤੱਕ। ਠੀਕ ਹੈ, ਤੇ ਆਪਾਂ ਦੇਖਦੇ ਹਾਂ ਕਿ ਸੋਲਿਡ ਸਟੇਟ ਬੈਟਰੀ ਕੀ ਆ, ਇਦੋਂ ਪਹਿਲਾਂ ਕਿਹੜੀ ਬੈਟਰੀ ਯੂਜ਼ ਹੁੰਦੀ ਸੀਗੀ, ਉਹਦੀਆਂ ਕੀ ਪ੍ਰੋਪਰਟੀ ਸੀਗੀਆਂ, ਕੀ ਨੁਕਸਾਨ ਸੀਗੇ ਉਹਨਾਂ ਦੇ। ਜਿਹੜੀਆਂ ਸੋਲਿਡ ਸਟੇਟ ਬੈਟਰੀਜ਼ ਆ ਇਹਨਾਂ ਦੀ ਜਿਹੜੀ ਐਨਰਜੀ ਡੈਂਸਿਟੀ ਉਹ ਕਾਫੀ ਜ਼ਿਆਦਾ ਆ, ਤਾਂ ਕਰਕੇ ਇਹਨਾਂ ਨੂੰ ਅਸੀਂ ਯੂਜ਼ ਕਰ ਰਹੇ ਹਾਂ। ਕਿਹਦੇ ਨਾਲੋਂ ਜ਼ਿਆਦਾ ਜੀ, ਲੀਥੀਅਮ ਆਇਨ ਬੈਟਰੀਜ਼। ਇਦੋਂ ਪਹਿਲਾਂ ਅਸੀਂ ਲੀਥੀਅਮ ਆਇਨ ਬੈਟਰੀ ਦੇ ਬਾਰੇ ਸੋਚ ਰਹੇ ਹਾਂ, ਉੱਤੇ ਰਿਸਰਚ ਚੱਲ ਰਹੀ ਹੈ ਕਿ ਅਸੀਂ ਉਹਨਾਂ ਨੂੰ ਜੋ ਸਾਡੇ ਇਲੈਕਟ੍ਰੋਨਿਕ ਵਹੀਕਲ ਹੋਣੇ ਉਹਨਾਂ 'ਚ ਯੂਜ਼ ਕਰਨਾ ਆ। ਜੇ ਦੂਜੀ ਗੱਲ ਕਰੀਏ, ਤੁਸੀਂ ਇੱਕ ਨਿਊਜ਼ ਦੇਖੀ ਹੋਣੀ ਆ ਕਾਫੀ ਵਾਰ ਕਿ ਕੋਈ ਸਕੂਟੀ ਜਾ ਰਹੀ ਸੀਗੀ ਇਲੈਕਟ੍ਰੋਨਿਕ ਸਕੂਟੀ, ਉਹਨੂੰ ਅੱਗ ਲੱਗ ਗਈ। ਨਾਰਮਲੀ ਇਹ ਨਿਊਜ਼ ਤੁਸੀਂ ਦੇਖਦੇ ਹੋ।
ਉਹਨਾਂ ਸਕੂਟੀਜ਼ ਦੇ ਵਿੱਚ ਲੀਥੀਅਮ ਆਇਨ ਬੈਟਰੀਜ਼ ਹੀ ਯੂਜ਼ ਕੀਤੀਆਂ ਜਾਂਦੀਆਂ, ਜਿਹੜੀਆਂ ਇਹ ਵਾਲੀਆਂ ਬੈਟਰੀਜ਼ ਆ। ਲੇਕਿਨ ਉਹਨਾਂ ਨੂੰ ਅੱਗ ਲੱਗਣ ਕਰਕੇ ਅਸੀਂ ਇੱਕ ਨਵਾਂ ਅਲਟਰਨੇਟਿਵ ਸੋਚ ਰਹੇ ਹਾਂ, ਅਤੇ ਉਹ ਨਵਾਂ ਅਲਟਰਨੇਟਿਵ ਸਾਡੇ ਕੋਲ ਕੀ ਆ, ਸੋਲਿਡ ਸਟੇਟ ਬੈਟਰੀਜ਼। ਇਹਨਾਂ ਨੂੰ ਅੱਗ ਲੱਗਣ ਦਾ ਕੋਈ ਰਿਸਕ ਨਹੀਂ ਹੁੰਦਾ, ਇਹ ਐਕਸਪਲੋਇਵ ਯਾਨੀ ਕਿ ਫਟਦੀਆਂ ਨਹੀਂ ਹੈਗੀਆਂ ਬੈਟਰੀਜ਼। ਇਹ ਸੋਲਿਡ ਸਟੇਟ ਬੈਟਰੀ ਦੀ ਆਪਾਂ ਹੁਣੇ ਗੱਲ ਕਰ ਰਹੇ ਹਾਂ ਕਿ એનર્ਜੀ ਡੈਂਸਿਟੀ ਬਹੁਤ ਜ਼ਿਆਦਾ ਜੀ, ਅਤੇ ਇਸੇ ਕਰਕੇ ਅਸੀਂ ਇਹਨਾਂ ਨੂੰ ਪ੍ਰੈਫਰੈਂਸ ਕਿੱਥੇ ਦੇਵਾਂਗੇ, ਜਿਹੜੇ ਕਿ ਇਲੈਕਟ੍ਰੋਨਿਕ ਵਹੀਕਲਸ ਆਉਣਗੇ ਉਹਨਾਂ ਵਿੱਚ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ, ਤਾਂ ਕਿ ਇਹਨਾਂ ਦੀ ਪਰਫੋਰਮੈਂਸ ਵੀ ਵਧੀਆ ਹੋਵੇ ਅਤੇ ਜੋ ਅੱਗ ਵਗੈਰਾ ਦੇ ਇਵੈਂਟ ਹੁੰਦੇ ਆ ਉਹ ਵੀ ਨਾ ਹੋਣ। ਜੇ ਆਪਾਂ ਗੱਲ ਕਰਦੇ ਹਾਂ ਲੀਥੀਅਮ ਆਇਨ ਸੈੱਲ ਦੀ, ਜਿਹੜੇ ਪਹਿਲਾਂ ਯੂਜ਼ ਕੀਤੇ ਜਾਂਦੇ ਸੀਗੇ, ਉਹਨਾਂ ਦੀ એનર્ਜੀ ਜਿਹੜੀ ਡੈਂਸਿਟੀ ਸੀਗੀ ਉਹ ਵੀ ਠੀਕ ਸੀਗੀ, ਅੱਛੀ ਸੀਗੀ। ਅਸੀਂ ਉਹਨਾਂ ਨੂੰ ਪਹਿਲਾਂ ਕਿੱਥੇ ਯੂਜ਼ ਕਰਦੇ ਸੀਗੇ, ਮੋਬਾਈਲ ਦੇ ਵਿੱਚ, ਜਿਹੜੇ ਆਪਣੇ ਮੋਬਾਈਲ ਫੋਨ ਆਉਂਦੇ ਆ ਉੱਥੇ ਯੂਜ਼ ਕਰਦੇ ਹਾਂ, ਜਾਂ ਇਲੈਕਟ੍ਰੋਨਿਕ ਵਹੀਕਲਸ ਆ ਉੱਥੇ ਵੀ ਯੂਜ਼ ਕਰਦੇ, ਉਹਨਾਂ ਦੀ ਵੀ ਵਧੀਆ ਸੀ ਬੈਟਰੀ, ਠੀਕ ਹੈ, ਉਹਨਾਂ ਦੀ એનર્ਜੀ ਡੈਂਸਿਟੀ ਵੀ ਵਧੀਆ ਸਾਡੇ ਕੋਲ ਲੀਥੀਅਮ ਆਇਨ ਸੈੱਲ ਦੀ। ਅਤੇ ਜਿਹੜੇ ਇਹ ਤੋਂ ਪਹਿਲਾਂ ਇੱਕ ਆਉਂਦੇ ਸੀਗੇ ਨਿਕਲ ਕੈਡਮੀਅਮ ਬੈਟਰੀਜ਼, ਉਹਨਾਂ ਨਾਲੋਂ 4 ਟਾਈਮਸ ਜ਼ਿਆਦਾ ਸੀਗੀ ਸਾਡੇ ਕੋਲ ਲੀਥੀਅਮ ਆਇਨ ਬੈਟਰੀ। ਮਤਲਬ ਸਭ ਤੋਂ ਥੱਲੇ ਕਿਹੜੀਆਂ ਸਾਡੇ ਕੋਲ ਬੈਟਰੀ ਸੀਗੀਆਂ, ਨਿਕਲ। ਉਸ ਤੋਂ ਬਾਅਦ ਅਸੀਂ ਡਿਵੈਲਪਮੈਂਟ ਕੀਤੀ ਆ, ਅਪਗ੍ਰੇਡ ਵਰਜ਼ਨ ਲੈ ਕੇ ਆਂਦਾ ਆ ਲੀਥੀਅਮ ਆਇਨ ਬੈਟਰੀਜ਼ ਦਾ, ਅਤੇ ਤੀਜੇ ਨੰਬਰ 'ਤੇ ਅਸੀਂ ਲੈ ਕੇ ਆ ਰਹੇ ਹਾਂ ਸੋਲਿਡ ਸਟੇਟ ਬੈਟਰੀਜ਼ ਦਾ, ਠੀਕ ਹੈ। ਯਾਦ ਰੱਖਿਓ ਇਹਨਾਂ ਦੀ ਸੀਕੁਐਂਸ ਕੀ ਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਲੀਥੀਅਮ ਆਇਨ ਬੈਟਰੀਜ਼ ਆ ਉਹ ਕਿੱਥੇ ਯੂਜ਼ ਹੁੰਦੀਆਂ ਹੁਣ ਤੱਕ, ਜਿਵੇਂ ਮੈਂ ਦੱਸਿਆ ਕਿ ਆਪਾਂ ਉਦੋਂ ਪਹਿਲਾਂ ਦੇਖਦੇ ਹਾਂ ਕਿ ਇਹ ਰੀਚਾਰਜੇਬਲ ਬੈਟਰੀਜ਼ ਹੁੰਦੀਆਂ ਆ, ਇਹਨਾਂ ਨੂੰ ਅਸੀਂ ਵਾਰ-ਵਾਰ ਚਾਰਜ ਕਰ ਸਕਦੇ ਹਾਂ। ਫੋਨ ਦੇਖੋ ਤੁਸੀਂ, ਆਪਦੇ ਇਲੈਕਟ੍ਰਿਕ ਵਹੀਕਲ ਦੇਖੋ, ਉਹਨਾਂ ਨੂੰ ਅਸੀਂ ਵਾਰ-ਵਾਰ ਚਾਰਜ ਕਰ ਸਕਦੇ ਹਾਂ। ਇਹਨਾਂ ਦਾ ਯੂਜ਼ ਕਿੱਥੇ ਹੁੰਦਾ ਸੀਗਾ, ਜਿੰਨੇ ਇਲੈਕਟ੍ਰੋਨਿਕ ਗੈਜਟਸ, ਤੁਸੀਂ ਏਅਰਫੋਨਸ ਦੀ ਗੱਲ ਕਰ ਲਓ, ਜਾਂ ਟੈਲੀ ਕਮਿਊਨੀਕੇਸ਼ਨ ਹੋ ਗਿਆ, ਉਹਨਾਂ ਵਿੱਚ ਅਸੀਂ ਯੂਜ਼ ਕਰਦੇ ਸੀਗੇ, ਐਰੋਸਪੇਸ ਦੇ ਵਿੱਚ ਯੂਜ਼ ਕਰਦੇ ਸੀਗੇ, ਇੰਡਸਟਰੀਜ਼ ਦੇ ਵਿੱਚ ਯੂਜ਼ ਕਰਦੇ ਸੀਗੇ। ਇਟ ਮੀਨਸ ਲੀਥੀਅਮ ਆਇਨ ਬੈਟਰੀ ਹੀ ਪਹਿਲਾਂ ਵਧੀਆ ਯੂਜ਼ ਹੁੰਦੀ ਸੀਗੀ, ਲੇਕਿਨ ਕੁਝ ਕਮੀਆਂ ਇਹਨਾਂ 'ਚ ਸਾਨੂੰ ਦੇਖਣ ਨੂੰ ਮਿਲੀਆਂ, ਅਤੇ ਅਸੀਂ ਇਹਦਾ ਅਲਟਰਨੇਟਿਵ ਲੱਭ ਰਹੇ ਹਾਂ, ਠੀਕ ਹੈ। ਚਲੀਏ ਅੱਗੇ ਜੀ। ਇਹਦੇ ਡਿਸਐਡਵਾਂਟੇਜ ਕੀ ਸੀਗੇ, ਇੱਕ ਤਾਂ ਇਹਨੂੰ ਲੌਂਗ ਚਾਰਜਿੰਗ ਟਾਈਮ ਲੱਗਦਾ ਸੀਗਾ, ਕਾਫੀ ਟਾਈਮ ਲੱਗਦਾ ਸੀਗਾ ਇਹਨੂੰ ਚਾਰਜ ਹੋਣ ਦੇ ਲਈ। ਉਸ ਤੋਂ ਬਾਅਦ ਸੀਗਾ ਫਾਇਰ ਦੇ ਇੰਸਟੈਂਸ ਕਾਫੀ ਹੋਇਆ, ਅੱਗ ਵਗੈਰਾ ਲੱਗ ਗਈ, ਆਪਾਂ ਉਹ ਵੀ ਦੇਖਿਆ ਆ। ਕਾਫੀ ਐਕਸਪੈਂਸਿਵ ਮੈਨੂਫੈਕਚਰਿੰਗ ਇਹਦੀ ਪੈਂਦੀ ਆ, ਕਾਫੀ ਮਹਿੰਗੀ ਪੈਂਦੀ ਆ, ਠੀਕ ਹੈ। ਅਤੇ ਜਿਹੜੀ ਇਹਦੀ ਐਫੀਸ਼ੀਐਂਸੀ ਵੀ ਆ ਉਹ ਠੀਕ ਠਾਕ ਆ, ਠੀਕ ਹੈ, ਕਿਉਂਕਿ ਜਿਵੇਂ ਜਿਵੇਂ ਅੱਗੇ ਟੈਕਨੋਲੋਜੀ ਵੱਧਦੀ ਆ, ਸਾਨੂੰ ਨਵੇਂ ਇਲੈਕਟ੍ਰੋਨਿਕ ਵਹੀਕਲਸ ਵਗੈਰਾ ਉੱਥੇ ਜ਼ਰੂਰਤ ਪੈਂਦੀ ਆ, ਲੇਕਿਨ ਫੋਨ ਲੈਪਟਾਪ ਦੇ ਵਿੱਚ ਇਹਦੀ ਜਿਹੜੀ ਐਫੀਸ਼ੀਐਂਸੀ ਉਹ ਸਹੀ ਸੀਗੀ। ਇਲੈਕਟ੍ਰੋਨਿਕ ਵਹੀਕਲ ਦੇ ਲਈ ਇਹ ਵਧੀਆ ਬੈਟਰੀ ਨਹੀਂ ਮੰਨੀ ਜਾਂਦੀ, ਠੀਕ ਆ। ਚਲੋ ਅੱਗੇ ਦੇਖਦੇ ਹਾਂ ਨੈਕਸਟ ਨਿਊਜ਼ ਆਪਣੇ ਕੋਲੇ। ਇਸਰੋ ਚੇਅਰਮੈਨ ਐਸ ਸੋਮਨਾਥ, ਜਿਹੜੇ ਸਾਡਾ ਇਸਰੋ ਆ ਉਹਦੇ ਨਵੇਂ ਇੱਕ ਚੇਅਰਮੈਨ ਬਣੇ ਆ ਐਸ ਸੋਮਨਾਥ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਐਸ ਸੋਮਨਾਥ ਜਿਹੜੇ ਕਿ ਰੌਕਟ ਸਾਇੰਟਿਸਟ ਸੀਗੇ, ਉਹਨਾਂ ਨੂੰ ਅਪਾਇੰਟ ਕੀਤਾ ਗਿਆ ਐਜ਼ ਆ ਚੇਅਰਮੈਨ ਆਫ ਇਸਰੋ। ਇਸਰੋ ਦੀ ਫੁੱਲ ਫਾਰਮ ਕੀ ਆ ਸਾਡੇ ਕੋਲੇ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇਸਰੋ ਇਹ ਆ। ਹੁਣ ਅਸੀਂ ਇਸਰੋ ਬਾਰੇ ਥੋੜ੍ਹਾ ਜਿਹਾ ਦੇਖ ਲਈਏ, ਕਿਉਂਕਿ ਨਿਊਜ਼ ਦੇ ਵਿੱਚ ਤਾਂ ਆਈ ਗਿਆ ਹੈ, ਕੀ ਪਤਾ ਐਗਜ਼ਾਮਨਰ ਇੱਥੋਂ ਕੁਐਸਚਨ ਹੀ ਪੁੱਛ ਲਵੇ। ਇਸਰੋ ਕੀ ਹੈ, ਇੱਕ ਸਾਡੀ ਕੋਲੇ ਸਪੇਸ ਐਕਸਪਲੋਰਿੰਗ ਏਜੰਸੀ ਆ, ਜਿਹਦਾ ਕਿ ਹੈੱਡਕੁਆਟਰ ਸਾਨੂੰ ਬੈਂਗਲੁਰੂ ਦੇ ਵਿੱਚ ਮਿਲਦਾ ਆ। ਅਸੀਂ ਜੋ ਵੀ ਸਪੇਸ ਦੇ ਵਿੱਚ ਨਵੀਆਂ ਅਚੀਵਮੈਂਟ ਕਰ ਰਹੇ ਹਾਂ ਉਹ ਡਿਊ ਟੂ ਦਾ ਇਸਰੋ ਹੀ ਕਰ ਰਹੇ ਹਾਂ। ਇਹਦੀ ਫਾਰਮੇਸ਼ਨ ਹੋਈ ਸੀਗੀ 1969 ਦੇ ਵਿੱਚ। ਇਸਰੋ ਨੇ ਰਿਪਲੇਸ ਕੀਤਾ ਸੀਗਾ, ਇਸਰੋ ਤੋਂ ਪਹਿਲਾਂ ਇੱਕ ਹੋਰ ਬੋਡੀ ਸੀਗੀ ਜਿਹਦਾ ਨਾਮ ਸੀਗਾ INCOSPAR, ਜਿਹਦੀ ਫੁੱਲ ਫਾਰਮ ਆ ਸਾਡੇ ਕੋਲ ਇੰਡੀਅਨ ਨੈਸ਼ਨਲ ਕਮੇਟੀ ਫॉर ਸਪੇਸ ਰਿਸਰਚ। ਇਹ ਐਸਟੈਬਲਿਸ਼ ਕੀਤੀ ਗਈ ਸੀਗੀ 1962 ਦੇ ਵਿੱਚ। ਇਹਦਾ ਨਾਮ ਬਦਲ ਕੇ ਅਸੀਂ ਇਸਰੋ ਕਰ ਦਿੱਤਾ, ਅਤੇ ਜਿਹੜੀ ਇਨਕੋਸਪਰ ਇਹਦਾ ਸ਼ਾਰਟ ਫਾਰਮ ਹੈਗੀ ਇਨਕੋਸਪਰ, ਇਹ ਬਣਾਈ ਗਈ ਸੀਗੀ ਸਾਡੇ ਫਰਸਟ ਪ੍ਰਾਈਮ ਮਿਨਿਸਟਰ ਪੰਡਿਤ ਜਵਾਹਰ ਲਾਲ ਨਹਿਰੂ ਜੀ ਅਤੇ ਸਾਇੰਟਿਸਟ ਜਿਹੜੇ ਸੀਗੇ ਵਿਕਰਮ ਸਾਰਾਭਾਈ, ਇਹਨਾਂ ਦੋਨਾਂ ਨੇ ਮਿਲ ਕੇ ਇਸ ਬੋਡੀ ਨੂੰ ਬਣਾਇਆ ਸੀਗਾ। ਉਸ ਤੋਂ ਬਾਅਦ ਇਹਦਾ ਨਾਮ ਚੇਂਜ ਕਰ ਦਿੱਤਾ ਗਿਆ ਇਸਰੋ, ਠੀਕ ਆ। ਹੁਣ ਆਪਾਂ ਅਚੀਵਮੈਂਟ ਦੀ ਗੱਲ ਕਰੀਏ ਇਸਰੋ ਦੀਆਂ, ਤਾਂ ਕਾਫੀ ਵੱਡੀਆਂ ਦੀਆਂ ਅਚੀਵਮੈਂਟ ਨੇ। ਸਭ ਤੋਂ ਪਹਿਲਾ ਜਿਹੜਾ ਸਾਡਾ ਸੈਟੇਲਾਈਟ ਸੀਗਾ ਇੰਡੀਆ ਦਾ, ਉਹ ਸੀਗਾ ਆਰਿਆਭੱਟ ਸੈਟੇਲਾਈਟ ਸੀਗਾ ਪਹਿਲਾ, ਜਿਹੜਾ ਕਿ ਇਸਰੋ ਨੇ ਬਣਾਇਆ ਸੀਗਾ। ਇਹਨੂੰ ਲਾਂਚ ਕੀਤਾ ਸੀਗਾ 19 ਅਪ੍ਰੈਲ 1975 ਦੇ ਵਿੱਚ। ਲੇਕਿਨ ਇੱਥੇ ਇਸ ਨੂੰ ਲਾਂਚ ਕਰਨ ਦੇ ਲਈ ਜਿਹੜਾ ਇੱਕ ਸਾਡਾ ਕੋਲ ਲਾਂਚ ਵਹੀਕਲ ਹੁੰਦਾ ਹੈ, ਉਹ ਸਾਡਾ ਖੁਦ ਦਾ ਨਹੀਂ ਸੀਗਾ। ਉਹ ਲਾਂਚ ਵਹੀਕਲ ਅਸੀਂ ਲਿਆ ਸੀਗਾ ਸੋਵੀਅਤ ਯੂਨੀਅਨ ਤੋਂ, ਉਹਨਾਂ ਦੀ ਹੈਲਪ ਲਈ ਸੀਗੀ। ਉਦੋਂ ਬਾਅਦ 5 ਸਾਲ ਦੇ ਬਾਅਦ ਹੀ ਅਸੀਂ 1980 ਦੇ ਵਿੱਚ ਇੱਕ ਹੋਰ ਲਾਂਚ ਕੀਤਾ ਆਪਣਾ ਇੱਕ ਹੋਰ ਸੈਟੇਲਾਈਟ ਲਾਂਚ ਕੀਤਾ, ਜਿਹਦਾ ਨਾਮ ਸੀਗਾ ਰੋਹਿਣੀ। ਇਹਦੀ ਇੰਪੋਰਟੈਂਸ ਕੀ ਹੈ ਕਿ ਇੱਕ ਤਾਂ ਹਾਲਾਂਕਿ ਇਦੋਂ ਪਹਿਲਾਂ ਅਸੀਂ ਆਪਦਾ ਸੈਟੇਲਾਈਟ ਲਾਂਚ ਕਰ ਚੁੱਕੇ ਹਾਂ, ਇਹ ਸੈਕਿੰਡ ਸੈਟੇਲਾਈਟ ਆ ਸਾਡਾ, ਲੇਕਿਨ ਇੰਪੋਰਟੈਂਸ ਇਹਦੀ ਕੀ ਆ, ਇਹ ਉਹ ਸੈਟੇਲਾਈਟ ਆ ਜਿਹੜਾ ਅਸੀਂ ਖੁਦ ਦੇ ਵਹੀਕਲ ਨਾਲ ਲਾਂਚ ਕੀਤਾ ਸੀਗਾ। ਅਸੀਂ ਆਪਦਾ ਵਹੀਕਲ ਬਣਾ ਲਿਆ ਸੀਗਾ SLV-3, ਇੰਡੀਅਨ ਮੇਡ ਲਾਂਚ ਵਹੀਕਲ, ਆਪਦੇ ਲਾਂਚ ਵਹੀਕਲ ਦੇ ਨਾਲ ਅਸੀਂ ਇਹਨੂੰ ਲਾਂਚ ਕੀਤਾ ਸੀਗਾ। ਐਗਜ਼ਾਮਨਰ ਜੇ ਪੁੱਛੇ ਤਾਂ ਦੱਸ ਦਿਓ ਜੀ, ਉਹ SLV ਦੇ ਰਾਹੀਂ ਜਿਹੜਾ ਲਾਂਚ ਕੀਤਾ ਗਿਆ ਸਾਡਾ ਪਹਿਲਾ ਸੈਟੇਲਾਈਟ ਜਿਹੜਾ ਸੀਗਾ ਰੋਹਿਣੀ। ਹੁਣ ਉਦੋਂ ਬਾਅਦ ਅਸੀਂ ਹੌਲੀ ਹੌਲੀ ਹੋਰ ਕਾਫੀ ਸਾਰੇ ਜਿਹੜੇ ਲਾਂਚ ਵਹੀਕਲ ਆ ਉਹਨਾਂ ਨੂੰ ਅਸੀਂ ਡਿਵੈਲਪ ਕਰ ਲਿਆ, ਜਿਵੇਂ ਕਿ PSLV ਦੀ ਗੱਲ ਕਰਦੇ ਹਾਂ, ਪੋਲਾਰ ਸੈਟੇਲਾਈਟ ਲਾਂਚ ਵਹੀਕਲ ਹੋ ਗਿਆ, GSLV ਹੋ ਗਿਆ, ਜੀਓ ਸਿੰਕਰੋਨਸਿਸ ਲਾਂਚ ਵਹੀਕਲ ਹੋ ਗਿਆ, ਜੋ ਕਿ ਅਲੱਗ-ਅਲੱਗ ਤਰ੍ਹਾਂ ਦੇ ਸੈਟੇਲਾਈਟ ਨੂੰ ਜੀਓ ਸਟੇਸ਼ਨਰੀ ਆਰਬਿਟ ਦੇ ਵਿੱਚ ਪਲੇਸ ਕਰਕੇ ਆਉਂਦੇ ਆ। ਹੁਣ ਸਾਡੀ ਜਿਹੜੀ ਇਸਰੋ ਦੀ ਸਪੇਸ ਇੰਡਸਟਰੀ ਉਹ ਕਾਫੀ ਵਧੀਆ ਆ।
ਇਹਨਾਂ ਰੌਕਟਸ ਦਾ ਯੂਜ਼ ਕਰਕੇ ਅਸੀਂ ਹੁਣ ਤੱਕ ਕਾਫੀ ਸਾਰੇ ਸੈਟਲਾਈਟ ਲਾਂਚ ਕਰ ਚੁੱਕੇ ਹਾਂ, ਚਾਹੇ ਉਹ ਅਰਥ ਆਬਜ਼ਰਵੇਟਰੀ ਸੈਟਲਾਈਟ ਹੋਣ ਅਤੇ ਚਾਹੇ ਉਹ ਕਮਿਊਨੀਕੇਸ਼ਨ ਸੈਟਲਾਈਟ ਹੋਣ। ਅਸੀਂ ਉਹਨਾਂ ਨੂੰ ਕਾਫੀ ਤਰੀਕੇ ਦੇ ਨਾਲ ਕਾਫੀ ਲਾਂਚ ਕਰ ਚੁੱਕੇ ਹਾਂ। ਰਿਮਾਰਕੇਬਲ ਜਿਹੜੀਆਂ ਮਿਸ਼ਨਸ ਰਹੇ ਆ ਇਸ ਇਸਰੋ ਦੇ, ਜਿਵੇਂ ਕਿ ਆਪਾਂ ਚੰਦਰਯਾਨ 1 ਦੀ ਗੱਲ ਕਰੀਏ, ਮੰਗਲਯਾਨ ਦੀ ਗੱਲ ਕਰੀਏ, ਉਹ ਸੈਟਲਾਈਟ ਨੇ ਜਿਹੜੇ ਅਸੀਂ ਆਪਣੇ ਲਾਂਚ ਵਹੀਕਲ ਦੇ ਨਾਲ ਛੱਡੇ ਨੇ। ਜਿਹੜਾ ਆਪਣੇ ਕੋਲ ਮਾਰਸ ਔਰਬਿਟ ਆ, ਉਹਦੇ ਵਿੱਚ ਵੀ ਅਸੀਂ ਸਕਸੈਸਫੁਲੀ ਮੰਗਲਯਾਨ ਨੂੰ ਛੱਡਿਆ ਹੈਗਾ ਆ। ਉਦੋਂ ਬਾਅਦ ਅਸੀਂ ਚੰਦਰਯਾਨ 2 2019 ਦੇ ਵਿੱਚ ਇਹ ਵੀ ਲਾਂਚ ਕਰ ਚੁੱਕੇ ਹਾਂ। ਹੁਣ ਆਪਾਂ ਦੇਖਦੇ ਹਾਂ ਕਿ ਹੋਰ ਜਿਹੜੇ ਮੇਜਰ ਇਵੈਂਟ 2021 ਦੇ ਵਿੱਚ ਕੀਤੇ ਗਏ ਇਸਰੋ ਦੇ ਦੁਆਰਾ, ਇਹ ਪੁਰਾਣੇ ਸੀਗੇ। 2021 ਦੇ ਵਿੱਚ ਇੱਕ ਤਾਂ ਐਮਾਜ਼ੋਨ 1 ਅਸੀਂ ਲਾਂਚ ਕੀਤਾ ਆ, ਜਿਹਦੇ ਲਈ ਅਸੀਂ PSLV ਯੂਜ਼ ਕੀਤਾ ਸੀਗਾ ਐਜ਼ ਅ ਲਾਂਚ ਵਹੀਕਲ, ਅਤੇ ਉਹਦਾ ਨੰਬਰ ਸੀਗਾ C51। ਹਾਲਾਂਕਿ ਇਹ PSLV ਦੀ 53 ਫਲਾਈਟ ਸੀਗੀ। ਮਤਲਬ ਕੀ ਆ ਕਿ 2 ਫਲਾਈਟ ਵਿੱਚ ਵਿਚਾਲੇ ਕੀ ਹੋ ਗਿਆ ਸੀਗਾ, ਉਹ ਕਿਤੇ ਨਾ ਕਿਤੇ ਫੇਲੀਅਰ ਹੋ ਗਈਆਂ ਸੀਗੀਆਂ। ਅਤੇ ਇਹ ਫਸਟ ਜਿਹੜਾ ਸੀਗਾ ਸਾਡਾ ਮਿਸ਼ਨ, ਜਿਹੜਾ ਹੁਣ ਆਪਾਂ ਐਮਾਜ਼ੋਨ 1 ਦੀ ਗੱਲ ਕਰ ਰਹੇ ਹਾਂ, ਫਸਟ ਮਿਸ਼ਨ ਆ ਜੋ ਕਿ ਅਸੀਂ NSIL ਦੇ ਲਈ ਕੀਤਾ ਹੈ। NSIL ਕੀ ਆ, ਨਿਊ ਸਪੇਸ ਇੰਡੀਆ ਲਿਮਿਟਡ, ਇੱਕ ਪ੍ਰਾਈਵੇਟ ਜਾਂ ਕਮਰਸ਼ੀਅਲ ਆਰਮ ਆ ਇਸਰੋ ਦਾ। ਇਹਦੇ ਲਈ ਅਸੀਂ ਆਪਦਾ ਜਿਹੜਾ ਇਸਰੋ ਨੇ ਆਪਦਾ ਲਾਂਚ ਵਹੀਕਲ ਯੂਜ਼ ਕੀਤਾ ਆ। ਉਸ ਤੋਂ ਬਾਅਦ ਐਮਾਜ਼ੋਨ 1 ਦਾ ਕੰਮ ਕੀ ਆ, ਇੱਕ ਆਪਟੀਕਲ ਅਰਥ ਆਬਜ਼ਰਵੇਟਰੀ ਸੈਟਲਾਈਟ ਆ, ਜਿਹਨੇ ਕਿ ਅਰਥ ਨੂੰ ਆਬਜ਼ਰਵ ਕਰਨਾ ਆ। ਇਹ ਮੋਨੀਟਰਿੰਗ ਕਰੂਗਾ ਐਮਾਜ਼ੋਨ ਰੀਜਨ ਦੀ, ਜੋ ਐਮਾਜ਼ੋਨ ਦੇ ਜੰਗਲ ਨੇ ਉੱਥੋਂ ਦੀ ਐਗਰੀਕਲਚਰ ਦੀ, ਅਤੇ ਉੱਥੋਂ ਦੀ ਟੈਰੀਟਰੀ ਜੋ ਬ੍ਰਾਜ਼ੀਲੀਅਨ ਟੈਰੀਟਰੀ ਆ, ਉਹਨੂੰ ਵੀ ਧਿਆਨ 'ਚ ਰੱਖੂਗਾ। ਐਮਾਜ਼ੋਨ ਹੈ ਬ੍ਰਾਜ਼ੀਲ ਵਾਲਿਆਂ ਦਾ ਸੀਗਾ, ਲਾਂਚ ਅਸੀਂ ਇਹਨਾਂ ਨੂੰ ਆਪਦੇ ਇਸਰੋ ਦੇ ਨਾਲ ਕੀਤਾ ਸੀਗਾ। ਉਦੋਂ ਬਾਅਦ ਹੈਗਾ SDSAT ਸਤੀਸ਼ ਧਵਨ ਸੈਟਲਾਈਟ, ਇੱਕ ਨੈਨੋ ਸੈਟਲਾਈਟ ਆ ਜਿਹੜਾ ਕਿ ਸਟੱਡੀ ਕਰੂਗਾ ਜੋ ਰੇਡੀਏਸ਼ਨ ਲੈਵਲ ਆ ਜਾਂ ਸਪੇਸ ਵੈਦਰ ਆ, ਉਹਦੀ ਸਟੱਡੀ ਕਰੂਗਾ ਕਮਿਊਨੀਕੇਸ਼ਨ ਟੈਕਨੋਲੋਜੀ ਦਾ ਯੂਜ਼ ਕਰਕੇ। ਇਹ ਆਪਾਂ ਸੈਟਲਾਈਟ ਉਸ ਕਰਕੇ ਲਾਂਚ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਕੁਝ ਅਪਕਮਿੰਗ ਮਿਸ਼ਨਸ ਵੀ ਨੇ ਸਾਡੇ ਇਸਰੋ ਦੇ, ਜਿਨ੍ਹਾਂ ਵਿੱਚ ਕਿ ਗਗਨਯਾਨ ਆਉਂਦਾ ਆ। ਗਗਨਯਾਨ ਮਿਸ਼ਨ ਬਹੁਤ ਇੰਪੋਰਟੈਂਟ ਆ, ਇਹਨੂੰ 2023 ਦੇ ਵਿੱਚ ਲਾਂਚ ਕਰਾਂਗੇ। ਇੱਕ ਸਪੇਸ ਮਿਸ਼ਨ ਆ, ਠੀਕ ਆ, ਇਹ ਬਹੁਤ ਇੰਪੋਰਟੈਂਟ ਆ, ਧਿਆਨ ਰੱਖਿਓ, ਸਪੇਸ ਮਿਸ਼ਨ ਆ। ਉਦੋਂ ਬਾਅਦ ਚੰਦਰਯਾਨ 3, ਇਹ ਵੀ ਸ਼ਾਇਦ 2022 ਦੇ ਐਂਡ ਤੱਕ ਆ ਜਾਵੇ। ਇਸ ਤੋਂ ਪਹਿਲਾਂ ਚੰਦਰਯਾਨ 1 ਆ ਚੁੱਕਾ ਆ, ਫਿਰ ਚੰਦਰਯਾਨ 2 ਆ ਚੁੱਕਾ, ਅਤੇ ਚੰਦਰਯਾਨ 3 ਆ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਆਨਸਰ ਕਰੋ ਕਿ ਚੰਦਰਯਾਨ 1 ਕਿਹੜੇ ਸਾਲ ਦੇ ਵਿੱਚ ਲਾਂਚ ਕੀਤਾ ਗਿਆ ਸੀਗਾ, ਚੰਦਰਯਾਨ 2 ਕਿਹੜੇ ਸਾਲ ਦੇ ਵਿੱਚ ਲਾਂਚ ਕੀਤਾ ਗਿਆ ਸੀਗਾ, ਅਤੇ ਚੰਦਰਯਾਨ 3 ਜਿਹੜਾ ਆਪਾਂ ਹਜੇ ਲਾਂਚ ਨਹੀਂ ਕੀਤਾ, ਇਹਨੂੰ ਲਾਂਚ ਕਰਾਂਗੇ 2022 ਦੇ ਵਿੱਚ। ਇਹ ਸਾਡੀਆਂ ਪ੍ਰੈਡਿਕਸ਼ਨਸ ਨੇ। ਨੈਕਸਟ ਆਪਣੇ ਕੋਲ ਨਿਊਜ਼ ਆ ਜੀ, ਕੋਲ ਬੇਸਡ ਪਾਵਰ ਪਲਾਂਟ। ਕੋਲੇ ਦੀ ਕਾਫੀ ਤੁਸੀਂ ਚਰਚਾ ਸੁਣੀ ਹੋਣੀ ਆ, ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆ। ਇਹ ਕੋਲੇ ਦੀ ਸ਼ਾਰਟੇਜ ਕਰਕੇ ਪੂਰੇ ਇੰਡੀਆ ਦੇ ਵਿੱਚ ਕੋਲ ਕ੍ਰਾਈਸਿਸ ਆਇਆ ਹੋਇਆ ਆ, ਅਤੇ ਇਲੈਕਟ੍ਰਿਸਿਟੀ ਦੀ ਵੀ ਕਾਫੀ ਦਿੱਕਤ ਆ ਰਹੀ ਆ। ਜੇ ਆਪਾਂ ਗੱਲ ਕਰਦੇ ਹਾਂ ਇਸ ਨਿਊਜ਼ ਦੇ ਬਾਰੇ, ਇਹ ਨਿਊਜ਼ ਦੇ ਵਿੱਚ ਕਿਉਂ ਆ, ਕਿਉਂਕਿ ਐਨਾਲਾਈਜ਼ ਕੀਤਾ ਗਿਆ ਆ ਸੈਂਟਰ ਫॉर ਸਾਇੰਸ ਐਂਡ ਐਨਵਾਇਰਨਮੈਂਟ ਦੇ ਦੁਆਰਾ, ਠੀਕ ਆ। ਉਹ ਕੀ ਕਹਿੰਦੀ ਆ ਕਿ ਜਿਹੜੀ 61% ਜਿਹੜੇ ਕੋਲ ਬੇਸਡ ਪਾਵਰ ਪਲਾਂਟ ਨੇ ਉਹ ਜ਼ਿਆਦਾ ਸਿਟੀਜ਼ ਦੇ ਪਾਸ ਨੇ। ਸਟੱਡੀ ਇਹ ਹੋਰ ਸੀਗੀ, ਲੇਕਿਨ ਇਸ ਨੂੰ ਮੈਂ ਜੋ ਪ੍ਰੈਜ਼ੈਂਟ ਸਿਨੈਰੀਓ ਉਹਦੇ ਨਾਲ ਲਿੰਕ ਕਰਕੇ ਪੂਰੀ ਦੀ ਪੂਰੀ ਨਿਊਜ਼ ਛਾਪੀ ਆ। ਅਤੇ ਕੋਲ ਸੈਕਟਰ ਦੇ ਵਿੱਚੋਂ ਜਾਂ ਇਸ ਨਿਊਜ਼ ਦੇ ਵਿੱਚੋਂ ਕਿਤੋਂ ਵੀ ਕੁਐਸਚਨ ਆ ਗਿਆ, ਆਪਾਂ ਉਹ ਪ੍ਰੋਪਰਲੀ ਕਵਰ ਕਰ ਲਾਂਗੇ। ਇਸ ਤਰੀਕੇ ਨਾਲ ਮੈਨੂੰ ਤਿਆਰ ਕੀਤਾ, ਠੀਕ ਆ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰੋਪਰਲੀ ਇਹ ਤਾਂ ਨਿਊਜ਼ ਸੀਗੀ। ਹੁਣ ਇਹ ਦੇਖਣਾ ਕਿ ਕੋਲ ਜਿਹੜੇ ਪਾਵਰ ਪਲਾਂਟ ਆ ਉਹ ਖਤਰਨਾਕ ਕਿਉਂ ਨੇ, ਸਿਟੀ ਕੋਲ ਅਸੀਂ ਇਹਨਾਂ ਨੂੰ ਕਿਉਂ ਨਹੀਂ ਬਣਾ ਸਕਦੇ। ਇਸ ਕਰਕੇ ਕਿਉਂਕਿ ਜੀ ਇਹਨਾਂ ਵਿੱਚੋਂ ਨਾ ਪੋਲਿਊਸ਼ਨ ਬਹੁਤ ਨਿਕਲਦਾ, ਠੀਕ ਆ। ਜਿਹੜੇ ਕੋਲ ਪਾਵਰ ਪਲਾਂਟ ਹੁੰਦੇ ਆ ਉਹਨਾਂ ਵਿੱਚੋਂ ਪੋਲਿਊਸ਼ਨ ਕਿਹੜਾ ਨਿਕਲਦਾ, ਸਲਫਰ ਡਾਈਆਕਸਾਈਡ SO2, ਜਿਹੜਾ ਕਿ ਕੰਟਰੀਬਿਊਟ ਕਰਦਾ ਹੈ ਐਸਿਡਿਕ ਰੇਨ ਦੇ ਲਈ। ਉਦੋਂ ਬਾਅਦ ਸਾਡੇ ਕੋਲ ਇਹ ਸਾਨੂੰ ਬਿਮਾਰੀਆਂ ਵੀ ਕਰਦਾ, ਸਾਹ ਦੀ ਸਮੱਸਿਆ ਵੀ ਆਊਗੀ ਇਸ ਪਰਟੀਕੂਲਰ ਪੋਲਿਊਟੈਂਟ ਦੇ ਨਾਲ। ਸੈਕੰਡ ਪੋਲਿਊਟੈਂਟ ਹੈ ਸਾਡਾ ਨਾਈਟ੍ਰੋਜਨ ਆਕਸਾਈਡ। ਦੇਖੋ ਇਹ ਜਿਹੜੇ ਪੋਲਿਊਟੈਂਟ ਮੈਂ ਅੰਡਰਲਾਈਨ ਕਰ ਰਿਹਾ ਯੈਲੋ ਕਲਰ ਦੇ ਵਿੱਚ ਲਿਖੇ ਹੋਏ, ਇਹਨਾਂ ਨੂੰ ਯਾਦ ਜ਼ਰੂਰ ਕਰ ਲਿਓ, ਬਹੁਤ ਇੰਪੋਰਟੈਂਟ ਆ। ਇਹਦੇ ਨਾਲ ਵੀ ਸਮੋਕ ਵਗੈਰਾ ਕ੍ਰੀਏਟ ਹੁੰਦੀ ਆ, ਸਾਹ ਦੀ ਪ੍ਰੋਬਲਮ ਆਉਂਦੀ ਆ। ਪਾਰਟੀਕੂਲੇਟ ਮੈਟਰ ਹੋ ਗਿਆ, ਇਹ ਵੀ ਇੱਕ ਪੋਲਿਊਸ਼ਨ ਕ੍ਰੀਏਟ ਹੁੰਦਾ ਆ ਆਪਾਂ ਜਦੋਂ ਬਰਨ ਕਰਦੇ ਸੀ ਕੋਲ ਨੂੰ। ਕਾਰਬਨ ਡਾਈਆਕਸਾਈਡ ਗੈਸ ਹੋ ਗਈ ਆ, ਇੱਕ ਗ੍ਰੀਨ ਹਾਊਸ ਗੈਸ ਆ, ਸਾਨੂੰ ਪਤਾ ਪ੍ਰਾਇਮਰੀ ਗ੍ਰੀਨ ਹਾਊਸ ਗੈਸ ਆ, ਠੀਕ ਆ। ਕੀ ਆ ਜੀ, ਇਹ ਪ੍ਰਾਇਮਰੀ ਗ੍ਰੀਨ ਹਾਊਸ ਗੈਸ ਆ। ਉਸ ਤੋਂ ਬਾਅਦ ਫਲਾਈ ਐਸ਼ ਹੋ ਗਿਆ, ਬੋਟਮ ਐਸ਼ ਹੋ ਗਿਆ, ਇਹ ਜਿਹੜੇ ਆਪਾਂ ਸਵਾਹ ਕਹਿ ਦਿੰਦੇ ਹਾਂ ਸਿੰਪਲ ਲੈਂਗੁਏਜ ਦੇ ਵਿੱਚ, ਇਹ ਉਹ ਚੀਜ਼ਾਂ ਵੀ ਸਾਨੂੰ ਪਾਵਰ ਪਲਾਂਟ ਤੋਂ ਹੀ ਨਿਕਲਦੀਆਂ, ਜੋ ਕਿ ਕਾਫੀ ਨੁਕਸਾਨ ਕਰਦੀਆਂ ਆ ਜੋ ਉਸ ਏਰੀਆ ਦੇ ਲੋਕ ਹੁੰਦੇ ਨੇ। ਹੁਣ ਆਪਾਂ ਐਸਿਡਿਕ ਰੇਨ ਦੇਖ ਲਈਏ, ਕਿ ਕਿਉਂਕਿ ਹੁਣੇ ਆਪਾਂ ਉੱਪਰ ਪੜ੍ਹਿਆ ਜੀ ਐਸਿਡਿਕ ਰੇਨ ਕੀ ਆ। ਐਸਿਡਿਕ ਰੇਨ ਇੱਕ ਇੱਦਾਂ ਦੀ ਰੇਨਫੋਲ ਆ ਜੋ ਕਿ ਰਿਜ਼ਲਟ ਹੁੰਦੀ ਆ ਜਦੋਂ ਸਲਫਰ ਡਾਈਆਕਸਾਈਡ ਜੋ ਕਿ ਕੋਲ ਦੇ ਬਰਨ 'ਤੇ ਪ੍ਰੋਡਿਊਸ ਹੁੰਦੀ ਆ, ਨਾਈਟ੍ਰੋਜਨ ਆਕਸਾਈਡ, ਹਾਲਾਂਕਿ ਹੋਰ ਵੀ ਕਾਫੀ ਸਾਰੇ ਜਿਹੜੇ ਫੋਸਲ ਫਿਊਲ ਆ ਉਹਨਾਂ ਦੇ ਬਰਨ ਹੋਣ 'ਤੇ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਨਿਕਲਦੀ ਆ, ਖਾਲੀ ਕੋਲ ਹੀ ਰਿਸਪੌਂਸੀਬਲ ਨਹੀਂ ਹੁੰਦਾ। ਲੇਕਿਨ ਇਹ ਦੋ ਇੱਦਾਂ ਦੇ ਪੋਲਿਊਟੈਂਟ ਆ ਜਦੋਂ ਇਹ ਫੋਸਲ ਫਿਊਲ ਦੇ ਬਲਣ ਤੋਂ ਬਾਅਦ ਨਿਕਲਦੇ ਆ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਇਹ ਐਟਮੋਸਫੇਅਰ ਦੇ ਵਿੱਚ ਜਾਂਦੇ ਆ। ਉਦੋਂ ਬਾਅਦ ਇਹ ਰਿਐਕਟ ਕਰਦੇ ਆ ਵਾਟਰ ਦੇ ਨਾਲ, ਆਕਸੀਜਨ ਦੇ ਨਾਲ, ਅਤੇ ਫਿਰ ਇਹ ਕੋਈ ਕੈਮੀਕਲ ਬਣਾਉਂਦੇ ਆ ਸਲਫਿਊਰਿਕ ਅਤੇ ਨਾਈਟ੍ਰਿਕ ਐਸਿਡ। ਫਿਰ ਇਹ ਜਿਹੜਾ ਐਸਿਡ ਬਣਦਾ ਇਹ ਜਾ ਕੇ ਕਲਾਊਡਸ ਦੇ ਵਿੱਚ ਮਿਕਸ ਹੋ ਜਾਂਦਾ ਆ। ਉਦੋਂ ਬਾਅਦ ਰੇਨਫਾਲ ਹੁੰਦੀ ਆ ਅਤੇ ਉਹਨੂੰ ਅਸੀਂ ਕਹਿੰਦੇ ਹਾਂ ਐਸਿਡਿਕ ਰੇਨ। ਇੱਕ ਮੈਂ ਡਾਇਗਰਾਮ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਦੇਖੋ ਇਹ ਦੋ ਜਿਹੜੇ ਆਪਾਂ ਹੁਣੇ ਪੜ੍ਹ ਕੱਟਿਆ ਪੋਲਿਊਟੈਂਟ ਉਹ ਨਿਕਲ ਗਿਆ ਜੀ,
NO2 SO2 ਪੋਲਿਊਸ਼ਨ ਨਿਕਲਿਆ ਜੀ ਇਸ ਘਰਾਂ ਦੇ ਵਿੱਚੋਂ, ਫੈਕਟਰੀਆਂ ਦੇ ਵਿੱਚੋਂ ਜਾ ਕੇ ਇਹ HO2 ਦੇ ਨਾਲ ਰਿਐਕਟ ਕੀਤਾ ਆ। ਉਸ ਤੋਂ ਬਾਅਦ ਇਹ ਸਲਫਿਊਰਿਕ ਐਸਿਡ ਜਿਹੜਾ ਆਪਾਂ ਦੇਖਿਆ ਉਹ ਬਣ ਗਿਆ ਜੀ। ਫਿਰ ਇਹ ਕਲਾਊਡ ਦੇ ਵਿੱਚ ਮਿਲ ਗਿਆ ਅਤੇ ਉਸ ਤੋਂ ਬਾਅਦ ਰੇਨਫਾਲ ਹੁੰਦੀ ਆ ਅਤੇ ਇਸ ਰੇਨਫਾਲ ਨੂੰ ਅਸੀਂ ਕਹਿੰਦੇ ਹਾਂ ਐਸਿਡਿਕ ਰੇਨ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ। ਆਪਾਂ ਕੋਲ ਦੀ ਗੱਲ ਕਰ ਸਕੇ, ਜਿਹੜਾ ਕੋਲ ਆ ਇਹ 4 ਟਾਈਪ ਦਾ ਹੁੰਦਾ। ਇੱਕ ਹੁੰਦਾ ਪੀਟ ਕੋਲ, ਜਿਹਨੂੰ ਅਸੀਂ ਕੋਲ ਕਾਊਂਟ ਹੀ ਘੱਟ ਕਰਦੇ ਹਾਂ। ਦੇਖੋ ਇਹਦੀ ਜਿਹੜੀ ਏਜ ਨਿਕਲਦੀ ਉਹ ਕਿਵੇਂ, ਜਾਂ ਆਪਾਂ ਇਹਦੀ ਡਿਫਰੈਂਸ ਕਿਵੇਂ ਕੱਢੀਏ, ਜਿਵੇਂ ਜਿਵੇਂ ਇਹਦੀ ਜ਼ਿਆਦਾ ਪੁਰਾਣਾ ਹੋ ਜਾਊਗਾ ਕੋਲ, ਜਿਹੜੇ ਫੋਸਲ ਫਿਊਲ ਆ ਜਦੋਂ ਅਰਥ ਵਿੱਚ ਦੱਬੇ ਜਾਂਦੇ ਆ, ਜਿੰਨਾ ਜ਼ਿਆਦਾ ਟਾਈਮ ਉਹ ਦੱਬੇ ਰਹਿਣਗੇ ਉਨੀ ਉਹਦੀ ਕੁਆਲਿਟੀ ਵਧੀਆ ਹੋਊਗੀ। ਇੱਧਰ ਨੂੰ ਜਿਵੇਂ ਆਪਾਂ ਜਾਵਾਂਗੇ ਉਹਦਾ ਇਨਕਰੀਜ਼ਿੰਗ ਹੀਟ ਕੰਟੈਂਟ ਹੋਊਗਾ, ਅਤੇ ਜਿਹੜੇ ਇੱਧਰ ਨੂੰ ਉਹਨਾਂ ਦੇ ਵਿੱਚ ਮੋਇਸਚਰ ਜ਼ਿਆਦਾ ਹੋਊਗਾ। ਠੀਕ ਆ, ਇੱਥੋਂ ਕੁਐਸਚਨ ਬਣਦਾ ਹੁੰਦਾ ਕਿ ਮੋਇਸਚਰ ਕਿਹਦੇ ਵਿੱਚ ਜ਼ਿਆਦਾ, ਹੀਟ ਕੰਟੈਂਟ ਕਿਹਦੇ ਵਿੱਚ ਜ਼ਿਆਦਾ ਆ, ਕਾਰਬਨ ਕੰਟੈਂਟ ਕਿਹਦੇ ਵਿੱਚ ਜ਼ਿਆਦਾ ਨੇ। ਠੀਕ ਹੈ, ਅਤੇ ਪੀਟ ਕਾਫੀ ਇੱਕ ਇਹਦੀ ਘਟੀਆ ਕਿਸਮ ਦਾ ਕੋਲ ਹੁੰਦਾ। ਇਹਨੂੰ ਕੋਲ 'ਚ ਅਸੀਂ ਕਾਊਂਟ ਨਹੀਂ ਕਰਦੇ, ਸਟਾਰਟਿੰਗ ਹੁੰਦਾ ਆ, ਜੋ ਕਿ ਡਿਕੇਡ ਹੁੰਦੇ ਆ, ਜੋ ਪਲਾਂਟਸ ਵਗੈਰਾ, ਮੈਟਰ ਵਗੈਰਾ, ਉਹਨਾਂ ਦਾ ਜੋ ਬਚਿਆ ਖੁਚਿਆ ਸਮਾਨ ਹੁੰਦਾ ਉਹਨੂੰ ਅਸੀਂ ਕਹਿੰਦੇ ਆ। ਦੂਜੇ ਨੰਬਰ 'ਤੇ ਸਾਡੇ ਕੋਲ ਹੈ ਲਿਗਨਾਈਟ। ਪਹਿਲਾਂ ਤਾਂ ਇਹਦੇ ਨਾਮ ਯਾਦ ਰੱਖਿਓ, ਪੀਟ, ਲਿਗਨਾਈਟ। ਸਭ ਤੋਂ ਪਹਿਲਾਂ ਤਾਂ ਬਿਲਕੁਲ ਬੇਕਾਰ ਹੁੰਦਾ ਸਾਡੇ ਕੋਲ ਪੀਟ ਕੋਲ। ਲਿਗਨਾਈਟ ਲੋ ਹੀਟ ਕੰਟੈਂਟ ਹੁੰਦਾ ਇਹਦੇ ਵਿੱਚ ਜਿਹੜਾ ਸਾਡੇ ਕੋਲ ਮੋਇਸਚਰ ਕਾਫੀ ਜ਼ਿਆਦਾ ਹੁੰਦਾ ਅਤੇ ਆਪਣੇ ਕੋਲ ਬਲਣ ਦੇ ਲਈ ਵਧੀਆ ਨਹੀਂ ਹੁੰਦਾ। ਤੀਜੇ ਨੰਬਰ 'ਤੇ ਹੈਗਾ ਬਿਊਟੇਨੀਅਮ। ਬਿਊਟੇਨੀਅਮ ਕਾਫੀ ਜਿਹੜਾ ਸਭ ਤੋਂ ਜ਼ਿਆਦਾ ਇੰਡੀਆ ਵਿੱਚ ਇਸ ਟਾਈਮ ਕੋਲ ਯੂਜ਼ ਕੀਤਾ ਜਾਂਦਾ, ਉਹ ਬਿਊਟੇਨੀਅਮ ਹੀ ਕੀਤਾ ਜਾਂਦਾ ਆ ਸਭ ਤੋਂ ਜ਼ਿਆਦਾ, ਚਾਹੇ ਉਹ ਪਾਵਰ ਪਲਾਂਟ ਹੋਣ ਚਾਹੇ ਇੱਦਾਂ ਹਨ। ਇਹਦੇ ਵਿੱਚ ਮੋਇਸਚਰ ਵੀ ਠੀਕ ਠਾਕ ਲੈਵਲ ਦਾ ਹੁੰਦਾ, ਅਤੇ ਇਹਦਾ ਜਿਹੜਾ ਸਾਡੇ ਕੋਲ ਹੈਗਾ ਜੀ ਹੀਟ ਕੰਟੈਂਟ ਜਾਂ ਕਾਰਬਨ ਕੰਟੈਂਟ ਉਹ ਕਾਫੀ ਠੀਕ ਹੁੰਦਾ ਆ। ਅਤੇ ਟੌਪ ਦਾ ਜਿਹੜਾ ਸਾਡੇ ਕੋਲ ਹੈਗਾ ਆ ਐਂਥਰਾਸਾਈਟ। ਟੌਪ ਦਾ ਕੋਲ ਸਾਡੇ ਕੋਲ ਐਂਥਰਾਸਾਈਟ ਆ। ਇਹਦੇ ਵਿੱਚ ਕਾਰਬਨ ਕੰਟੈਂਟ ਵੀ ਬਹੁਤ ਵਧੀਆ ਹੁੰਦੇ ਨੇ, ਮੋਇਸਚਰ ਬਹੁਤ ਘੱਟ ਹੁੰਦਾ ਆ, ਅਤੇ ਬਹੁਤ ਹੀ ਵਧੀਆ ਇਹਦੀ ਹੀਟ ਐਨਰਜੀ ਹੁੰਦੀ ਆ। ਤੁਸੀਂ ਬਸ ਇਹਨਾਂ ਦਾ ਨਾਮ ਉਲਟੇ ਤਰੀਕੇ ਨਾਲ ਚਾਹੇ ਯਾਦ ਕਰ ਲਿਓ, ABLP। ਠੀਕ ਹੈ, ਇਸ ਤਰੀਕੇ ਨਾਲ ਯਾਦ ਕਰ ਲਿਓ। AB ਤੋਂ ਆਪਾਂ ਜਿਵੇਂ ਜਿਵੇਂ ਥੱਲੇ ਨੂੰ ਜਾਵਾਂਗੇ ਕੁਆਲਿਟੀ ਘੱਟਦੀ ਜਾਊਗੀ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਜੇ ਆਪਾਂ ਗੱਲ ਕਰੀਏ ਰਿਜ਼ਰਵ ਦੇ ਹਿਸਾਬ ਨਾਲ ਤਾਂ ਇੰਡੀਆ ਵਰਲਡ ਦਾ 5th ਕੋਲ ਰਿਜ਼ਰਵ ਆ ਇੰਡੀਆ ਦੇ ਕੋਲੇ। ਅਤੇ ਪ੍ਰੋਡਿਊਸਰ ਦੀ ਗੱਲ ਕਰੀਏ ਤਾਂ ਇੰਡੀਆ 2nd ਵੱਡਾ ਪ੍ਰੋਡਿਊਸਰ ਆ ਵਰਲਡ ਦੇ ਵਿੱਚ। ਫਸਟ ਪ੍ਰੋਡਿਊਸਰ ਹੈਗਾ ਚਾਈਨਾ, 2nd ਪ੍ਰੋਡਿਊਸਰ ਹੈਗਾ ਇੰਡੀਆ। ਇਹ ਚੀਜ਼ਾਂ ਦਾ ਧਿਆਨ ਰੱਖੋ ਐਗਜ਼ਾਮ ਦੇ ਵਿੱਚ। ਉਹਨਾਂ ਨੇ ਰਿਜ਼ਰਵ ਸਾਡੇ ਕੋਲੋਂ ਪੁੱਛਿਆ, ਸਾਡੇ ਕੋਲੋਂ ਪ੍ਰੋਡਕਸ਼ਨ ਪੁੱਛੀ ਆ। ਜੇ ਅਸੀਂ ਇਲੈਕਟ੍ਰੀਸਿਟੀ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੀ 70% ਤੋਂ ਜ਼ਿਆਦਾ ਜਿਹੜੀ ਇਲੈਕਟ੍ਰੀਸਿਟੀ ਆ ਉਹ ਕੋਲ ਤੋਂ ਹੀ ਪ੍ਰੋਡਿਊਸ ਹੁੰਦੀ ਆ। ਕਾਫੀ ਜ਼ਿਆਦਾ ਸਾਡੀ ਡਿਪੈਂਡੈਂਸੀ ਆ ਕੋਲ 'ਤੇ। ਅਤੇ ਜੇ ਆਪਾਂ ਕੋਲ ਦੀ ਗੱਲ ਕਰੀਏ ਸਾਨੂੰ ਕਿੱਥੋਂ ਕਿੱਥੋਂ ਮਿਲਦਾ, ਝਾਰਖੰਡ ਤੋਂ ਹੋ ਗਿਆ, ਛੱਤੀਸਗੜ੍ਹ ਹੋ ਗਿਆ, ਉੜੀਸਾ ਹੋ ਗਿਆ, ਵੈਸਟ ਬੰਗਾਲ ਹੋ ਗਿਆ। ਇਹ ਉਹ ਸਟੇਟ ਨੇ ਜਿੱਥੋਂ ਸਾਡੇ ਇੰਡੀਆ ਦੇ ਵਿੱਚ ਕੋਲ ਦੇ ਰਿਜ਼ਰਵ ਪਾਏ ਜਾਂਦੇ ਆ। ਹੁਣ ਆਪਾਂ ਇਹ ਦੇਖਣਾ ਕਿ ਉਹ ਕਿਹੜੀਆਂ ਸਟੇਟ ਨੇ ਟੌਪ 'ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੇ ਕੋਲ ਦੇ ਰਿਜ਼ਰਵ ਨੇ। ਧਿਆਨ ਰੱਖਿਓ, ਮੈਂ ਕੋਲ ਦੇ ਰਿਜ਼ਰਵ ਦੀ ਗੱਲ ਕਰ ਰਿਹਾ ਹਾਂ। ਸਭ ਤੋਂ ਪਹਿਲੇ ਨੰਬਰ 'ਤੇ ਹੈਗਾ ਸਾਡੇ ਕੋਲ ਝਾਰਖੰਡ। ਠੀਕ ਆ, ਝਾਰਖੰਡ ਉਹ ਸਟੇਟ ਆ ਜਿੱਥੇ ਸਭ ਤੋਂ ਜ਼ਿਆਦਾ ਕੋਲ ਦਾ ਰਿਜ਼ਰਵ ਪਾਇਆ ਜਾਂਦਾ। ਝਾਰਖੰਡ ਟੌਪ 'ਤੇ ਆ ਜੀ ਇਸ ਦੇ ਮਾਮਲੇ ਦੇ ਵਿੱਚ ਕੋਲ ਰਿਜ਼ਰਵ ਦੇ ਵਿੱਚ। ਕੋਲ ਦੀ ਮਾਈਨਿੰਗ ਜਿਹੜੀਆਂ ਉਸ ਏਰੀਆ ਦੇ ਵਿੱਚ ਮਾਈਨਸ ਕਿਹੜੀਆਂ ਕਿਹੜੀਆਂ ਨੇ ਕੋਲ ਦੀਆਂ, ਝਰੀਆ ਹੋ ਗਈ ਆ, ਬੋਕਾਰੋ ਹੋ ਗਈ ਆ, ਔਰੰਗਾ ਹੋ ਗਈ ਆ, ਗਿਰਦ ਹੋ ਗਈ ਆ, ਇਹ ਕਾਫੀ ਸਾਰੇ, ਧਨਬਾਦ ਹੋ ਗਈ ਆ, ਰਾਮਗੜ੍ਹ। ਇਹ ਇੰਪੋਰਟੈਂਟ ਤੁਸੀਂ 2-3 ਵੀ ਕੋਲ ਦੇ ਨਾਮ ਯਾਦ ਕਰ ਲਿਓ, ਕੋਲ ਫੀਲਡ ਉਸ ਏਰੀਏ ਦੀਆਂ, ਇਹ ਬਹੁਤ ਇੰਪੋਰਟੈਂਟ ਆ। ਉਦੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਾਂ ਆਪਾਂ ਕਹਿ ਦਈਏ ਇੰਡੀਆ ਦੀ ਜਿਹੜੀ ਸਭ ਤੋਂ ਓਲਡੈਸਟ ਅਤੇ ਰਿਚ ਕੋਲ ਫੀਲਡ ਆ ਉਹ ਹੈਗੀ ਆ ਝਰੀਆ। ਝਰੀਆ ਕੋਲ ਫੀਲਡ ਆ ਇੰਡੀਆ ਦੀ ਸਭ ਤੋਂ ਪੁਰਾਣੀ ਅਤੇ ਰਿਚ ਕੋਲ ਫੀਲਡ ਆ। ਠੀਕ ਆ, ਇੱਥੇ ਸਾਨੂੰ ਬਿਊਟੇਨੀਅਮ ਕੋਲ ਮਿਲਦਾ ਕਾਫੀ ਕੋਲ ਆਪਣੀ ਮਾਤਰਾ ਦੇ ਵਿੱਚ, ਤਾਂ ਕਰਕੇ ਇਸ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਆ। ਇਹ ਜਿਹੜਾ ਸਾਊਥ ਧਨਬਾਦ ਆ, ਧਨਬਾਦ ਇੱਕ ਡਿਸਟ੍ਰਿਕਟ ਆ ਉੱਥੋਂ ਦੀ, ਸਾਊਥ ਧਨਬਾਦ ਸਾਨੂੰ ਇਹ ਕੋਲ ਮਿਲਦਾ ਆ। ਠੀਕ ਆ, ਹੋਰ ਨਾਂ ਵੀ ਯਾਦ ਰਹਿਣ ਤਾਂ ਇਹ ਜ਼ਰੂਰ ਯਾਦ ਰੱਖਿਓ। ਆਪਾਂ ਜੇ ਮੈਪ ਦੀ ਗੱਲ ਕਰੀਏ ਤਾਂ ਇਹ ਝਾਰਖੰਡ ਦਾ ਮੈਪ ਆ। ਇੱਥੇ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕੋਲ ਦੀਆਂ ਮਾਈਨਸ ਉਹ ਮਿਲਦੀਆਂ, ਜਿਵੇਂ ਰਾਮਗੜ੍ਹ ਆਪਾਂ ਦੇਖ ਕੇ ਹਟੇ ਆ, ਬੋਕਾਰੋ ਦੇਖਿਆ ਸੀਗਾ। ਠੀਕ ਆ, ਇਹ ਉਹ ਕੋਲ ਮਾਈਨਸ ਨੇ ਜਿਹੜੀਆਂ ਕਿ ਝਾਰਖੰਡ ਦੀਆਂ ਕਾਫੀ ਇੰਪੋਰਟੈਂਟ ਨੇ। ਅਤੇ ਝਰੀਆ ਜਿਹੜੀ ਆਪਾਂ ਹੁਣੇ ਦੇਖਿਆ ਕਿ ਸਭ ਤੋਂ ਪੁਰਾਣੀ ਕੋਲ ਫੀਲਡ ਆ, ਉਹ ਆ ਰਹੀ ਝਰੀਆ। ਇਹ ਬਹੁਤ ਹੀ ਜ਼ਿਆਦਾ ਪੁਰਾਣੀ ਅਤੇ ਸਭ ਤੋਂ ਰਿਚ ਕੋਲ ਫੀਲਡ ਮਾਈਨ ਮੰਨੀ ਜਾਂਦੀ ਆ। 2nd ਨੰਬਰ 'ਤੇ ਸਾਡੇ ਕੋਲ ਉੜੀਸਾ ਆਉਂਦਾ ਆ। ਫਸਟ ਨੰਬਰ 'ਤੇ ਝਾਰਖੰਡ ਸੀਗਾ, 2nd ਹੈਗਾ ਉੜੀਸਾ ਕੋਲ ਦੇ ਮਾਮਲੇ ਦੇ ਵਿੱਚ। ਇੱਥੇ ਵੀ ਕਾਫੀ ਸਾਰੀਆਂ ਜਿਹੜੀਆਂ ਇੱਥੋਂ ਦੀ ਬਿਗੈਸਟ ਕੋਲ ਫੀਲਡ ਹੈਗੀ ਆ ਤਲਚਰ ਕੋਲ ਫੀਲਡ। ਤਲਚਰ ਕੋਲ ਫੀਲਡ ਆ ਜਿਹੜੀ ਕਿ ਇੱਥੋਂ ਦੀ ਸਭ ਤੋਂ ਵੱਡੀ ਕੋਲ ਫੀਲਡ ਆ। ਇਹਦੀ ਸਾਡੇ ਕੋਲ ਤਲਚਰ ਕੋਲ ਫੀਲਡ, ਇਹ ਵੀ ਆਪਣਾ ਮੈਪ ਆ, ਅਸੀਂ ਦੇਖ ਸਕਦੇ ਹਾਂ ਤਲਚਰ ਕੋਲ ਫੀਲਡ ਨੂੰ। ਉਸ ਤੋਂ ਬਾਅਦ ਸਾਡੇ ਕੋਲ ਤੀਜੇ ਨੰਬਰ 'ਤੇ ਆਉਂਦਾ ਛੱਤੀਸਗੜ੍ਹ। ਛੱਤੀਸਗੜ੍ਹ ਰਿਜ਼ਰਵ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ 'ਤੇ ਆਉਂਦਾ ਸਾਡੇ ਕੋਲੇ। ਫਸਟ ਅਸੀਂ ਦੇਖਿਆ ਝਾਰਖੰਡ, 2nd ਦੇਖਿਆ ਉੜੀਸਾ, ਤੀਜੇ ਨੰਬਰ 'ਤੇ ਹੈਗਾ ਸਾਡੇ ਕੋਲ ਛੱਤੀਸਗੜ੍ਹ। ਨਾਲ ਦੀ ਨਾਲ ਯਾਦ ਕਰ ਲਿਓ। ਅਤੇ ਛੱਤੀਸਗੜ੍ਹ ਦੀ ਜਿਹੜੀ ਸਭ ਤੋਂ ਵੱਡੀ ਕੋਲ ਫੀਲਡ ਹੈਗੀ ਆ ਹਸਦਿਓ ਅਰੰਦ ਕੋਲ ਫੀਲਡ। ਹਸਦਿਓ ਅਰੰਦ ਕੋਲ ਫੀਲਡ ਆ, ਇਹ ਵੀ ਅਸੀਂ ਯਾਦ ਨਾਮ ਰੱਖਣੇ ਇਹਨਾਂ ਦੇ। ਉਦੋਂ ਬਾਅਦ ਸਾਡੇ ਕੋਲ ਹੈਗੀ ਆ ਕੋਬਰਾ ਕੋਲ ਫੀਲਡ, ਇਹ ਵੀ ਕਾਫੀ ਵੱਡੀ ਮੰਨੀ ਜਾਂਦੀ ਆ। ਇਹ ਦੋ ਜਿਹੜੀਆਂ ਕੋਲ ਫੀਲਡ ਆ ਇਹ ਛੱਤੀਸਗੜ੍ਹ ਦੀਆਂ ਕਾਫੀ ਫੇਮਸ ਅਤੇ ਇੰਪੋਰਟੈਂਟ ਕੋਲ ਫੀਲਡਸ ਨੇ।
ਤੇ ਇਹਨਾਂ ਨੂੰ ਅਸੀਂ ਜੇ ਦੇਖੀਏ ਇਹ ਰਹੀ ਸਾਡੇ ਕੋਲੇ ਕੋਬਰਾ ਤੇ ਇਹ ਰਹੀ ਕੋਰਬਾ, ਸੌਰੀ ਨਾਟ ਕੋਬਰਾ, ਕੋਰਬਾ ਤੇ ਹਸਦਿਓ ਅਰੰਦਾ ਕੋਲਫੀਲਡ, ਇਹ ਰਹੀ ਸਾਡੇ ਕੋਲੇ, ਇਹ ਮੈਪ ਹੈਗਾ ਸਾਡੇ ਕੋਲੇ ਛੱਤੀਸਗੜ੍ਹ ਦਾ। ਨੈਕਸਟ ਆਪਣੇ ਕੋਲੇ ਵੈਸਟ ਬੰਗਾਲ, 4th ਨੰਬਰ ਤੇ ਆਉਂਦਾ ਜੀ ਵੈਸਟ ਬੰਗਾਲ। ਇਹਨਾਂ ਦੀਆਂ ਚਾਹੇ ਤੁਸੀਂ ਕੋਲਫੀਲਡ ਵਗੈਰਾ ਨਾ ਵੀ ਯਾਦ ਰੱਖਿਓ, ਲੇਕਿਨ ਇੱਕ ਇੰਪੋਰਟੈਂਟ ਰਿਜ਼ਰਵ ਸਾਡੇ ਕੋਲ ਮਿਲਦਾ ਆ ਵੈਸਟ ਬੰਗਾਲ ਦੇ ਵਿੱਚ, ਉਹ ਹੈਗਾ ਰਾਣੀਗੰਜ ਕੋਲਫੀਲਡ। ਰਾਣੀਗੰਜ ਕੋਲਫੀਲਡ ਕਿੱਥੋਂ ਦੀ ਆ? ਵੈਸਟ ਬੰਗਾਲ ਦੀ। ਇੱਕ ਤਾਂ ਤੁਹਾਨੂੰ ਨਾ ਐਗਜ਼ਾਮਨਰ ਇਹ ਪੁੱਛ ਸਕਦਾ ਕਿ ਪ੍ਰੋਡਕਸ਼ਨ ਦੇ ਹਿਸਾਬ ਨਾਲ ਜਾਂ ਰਿਜ਼ਰਵ ਦੇ ਹਿਸਾਬ ਨਾਲ ਟੌਪ ਤੇ ਕਿਹੜੀ ਸਟੇਟ ਆ। ਦੂਜੇ ਨੰਬਰ ਤੇ ਜਿਹੜੀਆਂ ਇਦਾਂ ਦੇ ਇੰਪੋਰਟੈਂਟ ਕੋਲਫੀਲਡ ਆ ਜਿਵੇਂ ਕਿ ਰਾਣੀਗੰਜ ਕੋਲਫੀਲਡ ਆ, ਇਹ ਸਾਨੂੰ ਕਿੱਥੇ ਮਿਲੂਗੀ? ਵੈਸਟ ਬੰਗਾਲ ਦੇ ਵਿੱਚ। ਇਹ ਕਿੱਥੋਂ ਕੁਐਸਚਨ ਬਣ ਸਕਦਾ? ਦੂਜਾ ਉਹ ਇਹ ਪੁੱਛ ਸਕਦਾ ਕਿ ਜਿਹੜੀ ਕੋਰਬਾ ਆ ਜਾਂ ਹਸਦਿਓ ਅਰੰਦੇ ਆ ਇਹ ਕਿਹੜੀ ਸਟੇਟ ਦੇ ਵਿੱਚ ਆ? ਇਹ ਛੱਤੀਸਗੜ੍ਹ ਦੇ ਵਿੱਚ ਆ। ਇਹ ਵੀ ਯਾਦ ਕਰ ਲਿਓ, ਮੈਂ ਰਿਵਾਈਜ਼ ਕਰਵਾ ਰਿਹਾ ਤੁਹਾਨੂੰ। ਇਹ ਤਲਚਰ, ਜਿਹੜੀ ਸਾਡੇ ਕੋਲ ਤਲਚਰ ਕੋਲਫੀਲਡ ਆ, ਇਹ ਸਾਨੂੰ ਮਿਲਦੀ ਆ ਉੜੀਸਾ ਦੇ ਵਿੱਚ। ਤੇ ਜਿਹੜੀ ਆਪਣੇ ਕੋਲ ਇਹਦੇ ਵਿੱਚ ਸਭ ਤੋਂ ਵੱਡੀ ਸੀਗੀ ਉਹ ਸੀਗੀ ਝਰੀਆ ਕੋਲਫੀਲਡ, ਉਹ ਸਾਨੂੰ ਮਿਲਦੀ ਆ ਜੀ ਝਾਰਖੰਡ ਦੇ ਵਿੱਚ। ਘੱਟੋ ਘੱਟ ਇੱਕ ਜਿਹੜੀਆਂ ਇੰਪੋਰਟੈਂਟ ਆ ਉਸ ਸਟੇਟ ਦੀਆਂ ਉਹ ਯਾਦ ਕਰ ਲਿਓ, ਇਹੀ ਸਾਡੇ ਲਈ ਇਨਫ ਹੋਣਗੀਆਂ ਐਗਜ਼ਾਮ ਪਰਸਪੈਕਟਿਵ ਦੇ ਨਾਲ। ਚਲੋ ਆਪਾਂ ਅੱਗੇ ਚੱਲਦੇ ਹਾਂ, ਅੱਗੇ ਦੇਖਦੇ ਹਾਂ। ਤੇ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ 5th ਨੰਬਰ ਤੇ ਸਾਨੂੰ ਮਿਲਦੀ ਆ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਕਾਫੀ ਕੋਲ ਪਾਇਆ ਜਾਂਦਾ ਹੈ, ਰਿਜ਼ਰਵ ਪਾਇਆ ਜਾਂਦਾ, ਇਹ 5ਵੇਂ ਨੰਬਰ ਤੇ ਆਉਂਦੀ ਆ। ਸਟੇਟ ਯਾਦ ਰੱਖਿਓ ਜੀ, ਪੰਜਾਂ ਦੀਆਂ ਪੰਜੇ। ਉਦੋਂ ਬਾਅਦ ਆਪਾਂ ਦੇਖਦੇ ਹਾਂ ਕਿ ਪ੍ਰੋਡਕਸ਼ਨ ਦੇ ਹਿਸਾਬ ਨਾਲ ਕਿਹੜੀ ਸਟੇਟ ਪਹਿਲੇ ਨੰਬਰ ਤੇ ਆ। ਪ੍ਰੋਡਕਸ਼ਨ ਦੇ ਹਿਸਾਬ ਦੇ ਨਾਲ ਪਹਿਲੇ ਨੰਬਰ ਤੇ ਹੈਗੀ ਸਾਡੇ ਕੋਲੇ ਉੜੀਸਾ ਪ੍ਰੋਡਕਸ਼ਨ ਦੇ ਹਿਸਾਬ ਨਾਲ। ਸੈਕਿੰਡ ਨੰਬਰ ਤੇ ਹੈਗੀ ਆ ਛੱਤੀਸਗੜ੍ਹ। ਥਰਡ ਨੰਬਰ ਤੇ ਹੈਗੀ ਸਾਡੇ ਕੋਲੇ ਝਾਰਖੰਡ। ਠੀਕ ਆ ਜੀ। ਤੇ 4, ਚਲੋ 3 ਬਹੁਤ ਆ, ਅਸੀਂ 3 ਵੀ ਯਾਦ ਕਰ ਲਈਆਂ ਤਾਂ 3 ਬਹੁਤ ਆ। ਸਭ ਤੋਂ ਪਹਿਲੇ ਨੰਬਰ ਤੇ ਗਿਆ ਉੜੀਸਾ, ਦੂਜੇ ਨੰਬਰ ਤੇ ਗਿਆ ਛੱਤੀਸਗੜ੍ਹ, ਤੀਜੇ ਨੰਬਰ ਤੇ ਗਿਆ ਝਾਰਖੰਡ। ਇਹ ਪ੍ਰੋਡਕਸ਼ਨ ਦੇ ਹਿਸਾਬ ਨਾਲ ਬਾਰ-ਬਾਰ ਕਹਿ ਰਹੇ ਹਾਂ, ਯਾਦ ਰੱਖਿਓ ਪ੍ਰੋਡਕਸ਼ਨ ਤੇ ਰਿਜ਼ਰਵ ਦਾ ਅਲੱਗ-ਅਲੱਗ ਪੈਟਰਨ ਹੈਗਾ। ਚਲੋ ਨੈਕਸਟ ਨਿਊਜ਼ ਆ ਸਾਡੇ ਕੋਲੇ AFSPA। ਇਹ ਕਾਫੀ ਤੁਸੀਂ ਨਿਊਜ਼ ਦੇ ਵਿੱਚ ਸੁਣਿਆ ਹੋਗਾ, ਇੱਕ ਐਕਟ ਆ ਜੋ ਕਿ ਕਾਫੀ ਕੰਟਰੋਵਰਸੀ ਦੇ ਵਿੱਚ ਰਹਿੰਦਾ। ਐਕਟ ਤੇ ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਹੁਣੇ ਜਿਹੜੀ ਗੌਰਮੈਂਟ ਆਫ ਇੰਡੀਆ ਆ ਉਹਨੇ ਵਿਦਡਰੋ ਕੀਤਾ ਆ ਇਹ ਵਾਲਾ ਐਕਟ। ਅਫਸਪਾ ਐਕਟ ਕਹਿੰਦੇ ਆ, ਅਫਸਪਾ ਐਕਟ ਕਹਿੰਦੇ ਆ ਇਹਨੂੰ। ਵਿਦਡਰੋ ਕੀਤਾ ਗਿਆ, ਜਿਹਦੀ ਫੁੱਲ ਫਾਰਮ ਹੈਗੀ ਆ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ। ਹੁਣ ਨਾਮ ਤੋਂ ਕਲੀਅਰ ਹੋ ਗਿਆ ਹੋਣਾ ਕੀ ਆ ਇਹ, ਆਰਮਡ ਫੋਰਸ ਸਪੈਸ਼ਲ ਪਾਵਰ ਐਕਟ। ਵੀ ਇਹ ਜਿਹੜੀ ਆਰਮੀਜ਼ ਆ ਸਾਡੀ ਆ ਉਹਨਾਂ ਨੂੰ ਕੁਛ ਨਾ ਕੁਛ ਐਕਸਟਰਾ ਪਾਵਰ ਦਿੰਦਾ ਆ। ਇਹ ਨਿਊਜ਼ ਦੇ ਵਿੱਚ ਇਸ ਕਰਕੇ ਆ ਕਿਉਂਕਿ ਹੁਣੇ 3 ਸਟੇਟਾਂ ਜਿਹੜੀਆਂ ਸਾਡੀਆਂ ਨਾਰਥ ਈਸਟ ਵਾਲੀਆਂ ਨੇ, ਅਸਮ ਹੋ ਗਿਆ, ਨਾਗਾਲੈਂਡ ਹੋ ਗਿਆ, ਮਣੀਪੁਰ ਹੋ ਗਿਆ, ਇਹਨਾਂ ਜਿਹਨੂੰ ਵਿਦਡਰੋ ਕੀਤਾ ਗਿਆ। ਸਾਰਾ ਨਹੀਂ, ਪਾਰਸ਼ਲੀ ਥੋੜ੍ਹਾ ਬਹੁਤ ਏਰੀਆ ਰਿਲੀਫ ਦਿੱਤਾ ਗਿਆ ਆ। ਜੇ ਆਪਾਂ ਬਾਕੀ ਗੱਲ ਕਰੀਏ ਇਹਨਾਂ 3 ਸਟੇਟਾਂ ਤੋਂ ਬਿਨਾਂ, ਅਸਮ ਹੋ ਗਿਆ, ਨਾਗਾਲੈਂਡ ਹੋ ਗਿਆ, ਮਣੀਪੁਰ, ਇਟ ਮੀਨਸ ਇੱਥੇ ਤਾਂ ਇਹ ਐਕਟ ਇੰਪਲੀਮੈਂਟਡ ਹੈਗਾ ਆ। ਆਰਮਡ ਫੋਰਸ ਸਪੈਸ਼ਲ ਜਿਹੜਾ ਹੈਗਾ ਪਾਵਰ ਐਕਟ ਇੰਪਲੀਮੈਂਟ ਹੈਗਾ ਆ। ਇਹਦੇ ਨਾਲ ਹੋਰ ਕਿਹੜੀਆਂ ਸਟੇਟ ਨੇ? ਅਰੁਣਾਚਲ ਪ੍ਰਦੇਸ਼ ਹੋ ਗਿਆ ਤੇ ਜੰਮੂ ਕਸ਼ਮੀਰ ਹੋ ਗਿਆ। ਸਭ ਤੋਂ ਪਹਿਲਾ ਕੰਮ ਤੁਹਾਡਾ ਕੀ ਹੈ ਸਟੂਡੈਂਟਸ? ਤੁਸੀਂ ਇਹ 5 ਦੀਆਂ 5 ਸਟੇਟਾਂ ਯਾਦ ਰੱਖਣਾ ਜਿੱਥੇ ਅਫਸਪਾ ਐਕਟ ਇੰਪਲੀਮੈਂਟਡ ਹੈ। ਕਿਹੜੀਆਂ ਸਾਡੇ ਕੋਲੇ? ਅਸਮ ਹੋ ਗਿਆ, ਨਾਗਾਲੈਂਡ ਹੋ ਗਿਆ, ਮਣੀਪੁਰ ਹੋ ਗਿਆ, ਅਰੁਣਾਚਲ ਪ੍ਰਦੇਸ਼ ਹੋ ਗਿਆ ਤੇ ਜੰਮੂ ਐਂਡ ਕਸ਼ਮੀਰ। ਇਹ ਉਹ 4 ਸਟੇਟ ਤੇ ਇੱਕ ਯੂਟੀ ਆ ਜਿੱਥੇ ਇਹ ਐਟ ਪ੍ਰੈਜ਼ੈਂਟ ਇੰਪਲੀਮੈਂਟਡ ਆ। ਹੁਣ ਆਪਾਂ ਮੈਪ ਦੇਖਦੇ ਇਹਦਾ। ਦੇਖੋ ਅਸਮ ਦੇ ਵਿੱਚ ਇੰਪਲੀਮੈਂਟ ਇਹਨੂੰ ਕੀਤਾ ਗਿਆ, ਠੀਕ ਆ। ਉਦੋਂ ਬਾਅਦ ਜਿਹੜਾ ਹੁਣੇ ਕੱਢਿਆ ਗਿਆ ਨਾਗਾਲੈਂਡ ਤੇ ਮਣੀਪੁਰ, ਇੱਥੋਂ ਤਾਂ ਇਹ ਪਾਰਸ਼ਲੀ ਰਿਮੂਵਲ ਕੀਤਾ ਗਿਆ, ਲੇਕਿਨ ਇਹ ਇੰਪਲੀਮੈਂਟ ਕਿੱਥੇ ਆ? ਅਰੁਣਾਚਲ ਦੇ ਵਿੱਚ ਵੀ ਇੰਪਲੀਮੈਂਟ ਇਹ ਹੈਗਾ ਆ। ਤੇ 4 ਸਟੇਟ ਨੇ ਸਾਡੇ ਕੋਲੇ ਨਾਰਥ ਈਸਟ ਦੀਆਂ। ਦੁਬਾਰਾ ਰਿਪੀਟ ਕਰ ਰਹੇ ਹਾਂ, ਅਸਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਤੇ ਮਣੀਪੁਰ। ਜਿਹੜੀਆਂ ਥੱਲੇ ਵਾਲੀਆਂ 2 ਸਟੇਟ ਨੇ ਤ੍ਰਿਪੁਰਾ ਤੇ ਮਿਜ਼ੋਰਮ, ਉਹਨਾਂ ਵਿੱਚ ਇਹਨੂੰ ਨਹੀਂ ਇੰਪਲੀਮੈਂਟ ਕੀਤਾ ਗਿਆ, ਬਾਕੀ ਜਗ੍ਹਾ ਇੰਪਲੀਮੈਂਟ ਹੈਗਾ ਆ। ਜੇ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ ਦੀ ਤਾਂ ਇਹ ਕਿਉਂ ਲਿਆਂਦਾ ਗਿਆ ਸੀਗਾ ਇੰਡੀਆ ਦੇ ਵਿੱਚ? ਜਦੋਂ ਅਸੀਂ ਕੁਇਟ ਇੰਡੀਆ ਮੂਵਮੈਂਟ ਸਟਾਰਟ ਕੀਤੀ ਸੀਗੀ ਉਸ ਟਾਈਮ ਤੇ ਜਿਹੜੀ ਬ੍ਰਿਟਿਸ਼ ਗੌਰਮੈਂਟ ਆ ਉਹ ਇਹ ਐਕਟ ਲੈ ਕੇ ਆਈ ਸੀਗੀ ਤੇ ਤਾਂ ਕਿ ਇਹ ਇੰਪਲੀਮੈਂਟ ਕੀਤਾ ਜਾ ਸਕੇ ਸਾਡੇ ਲੋਕਾਂ ਤੇ। ਲੇਕਿਨ ਸਟਾਰਟਿੰਗ ਦੇ ਵਿੱਚ ਆਫਟਰ ਇੰਡੀਪੈਂਡੈਂਸ ਉਦੋਂ ਬਾਅਦ ਫਿਰ ਇਹਨੂੰ ਦੁਬਾਰਾ ਇੱਕ ਲੈ ਕੇ ਆਂਦਾ ਗਿਆ। ਉਸ ਟਾਈਮ ਤੇ ਇਹਨੂੰ 1958 ਦੇ ਵਿੱਚ ਲੈ ਕੇ ਆਂਦਾ ਗਿਆ ਸੀਗਾ। ਇਹ ਪੂਰੇ ਦੇਸ਼ ਦੇ ਲਈ ਨਹੀਂ ਸੀਗਾ, ਉਸ ਟਾਈਮ ਤੇ ਸਿਰਫ 2 ਸਟੇਟ ਦੇ ਲਈ ਸੀਗਾ, ਅਸਮ ਤੇ ਮਣੀਪੁਰ। ਤੇ ਇਹਦਾ ਨਾਮ ਵੀ ਉਦੋਂ ਕੀ ਸੀਗਾ? ਆਰਮਡ ਫੋਰਸ ਅਸਮ ਐਂਡ ਮਣੀਪੁਰ ਸਪੈਸ਼ਲ ਪਾਵਰ ਐਕਟ। ਲੇਕਿਨ ਉਦੋਂ ਬਾਅਦ ਹੌਲੀ ਸਾਨੂੰ ਲੱਗਾ, ਸਾਡੀ ਗੌਰਮੈਂਟ ਨੂੰ ਲੱਗਾ ਕਿ ਇਹਨੂੰ ਪੂਰੇ ਇੰਡੀਆ ਦੀ ਜ਼ਰੂਰਤ ਪੈ ਸਕਦੀ ਆ ਤੇ ਉਸ ਤੋਂ ਬਾਅਦ ਇਹਦਾ ਨਾਮ ਬਦਲ ਕੇ ਅਸੀਂ ਕਰ ਦਿੱਤਾ ਆਰਮਡ ਸਪੈਸ਼ਲ ਫੋਰਸ ਪਾਵਰ ਐਕਟ ਦਾ ਨਾਮ ਬਦਲ ਕੇ ਅਸੀਂ ਕਰ ਦਿੱਤਾ ਸੀਗਾ। ਹੁਣ ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਦੇਖਦੇ ਹਾਂ ਕਿ ਅਫਸਪਾ ਹੈ ਕਿ ਅਫਸਪਾ ਇੱਕ ਇੱਦਾਂ ਦਾ ਐਕਟ ਆ ਜੋ ਕਿ ਪਾਵਰ ਦਿੰਦਾ ਆ ਆਰਮਡ ਫੋਰਸਿਸ ਨੂੰ, ਸੈਂਟਰਲ ਆਰਮਡ ਪੁਲਿਸ ਨੂੰ, ਉਹ ਫੋਰਸਿਸ ਜਿਹੜੀਆਂ ਕਿ ਡਿਸਟਰਬ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ। ਜ਼ਰੂਰੀ ਨਹੀਂ ਕਿ ਹਰੇਕ ਜਗ੍ਹਾ ਜਿਹੜੇ ਡਿਸਟਰਬਸ ਏਰੀਆ ਨੇ ਉੱਥੇ ਹੀ ਇਹ ਪਾਵਰ ਦਿੰਦਾ ਆ, ਬਾਕੀ ਏਰੀਆ ਦੇ ਵਿੱਚ ਪਾਵਰ ਇਹ ਨਹੀਂ ਦਿੰਦਾ ਉਹਨਾਂ ਨੂੰ, ਠੀਕ ਹੈ। ਤੇ ਫਸਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਇੰਪਲੀਮੈਂਟ ਕਦੋਂ ਕੀਤਾ ਗਿਆ ਸੀ? 1958 ਦੇ ਵਿੱਚ। ਤੇ ਉਸ ਤੋਂ ਬਾਅਦ ਹੌਲੀ ਇਹ ਸੀਗਾ ਆਪਣੇ ਕੋਲੇ ਅਸਮ ਦੇ ਲਈ ਤੇ ਨਾਗਾ ਹਿਲਸ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਿੱਕਤ ਆਈ ਸੀਗੀ ਉੱਥੇ ਇਹਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ। ਨੈਕਸਟ ਹੈਗਾ ਸਾਡੇ ਕੋਲੇ ਪ੍ਰਵਾਸੀ ਭਾਰਤੀ ਦਿਵਸ। ਪ੍ਰਵਾਸੀ ਭਾਰਤੀ ਦਿਵਸ ਨਿਊਜ਼ ਦੇ ਵਿੱਚ ਵੀ ਹੁੰਦਾ ਹੈ ਕੀ ਹੈ? 9 ਜਨਵਰੀ ਨੂੰ ਅਸੀਂ ਇੱਕ ਡੇ ਸੈਲੀਬ੍ਰੇਟ ਕਰਦੇ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਵਾਸੀ ਭਾਰਤੀ ਦਿਵਸ। ਇਸ ਦਿਨ ਜਿਹੜੇ ਵੀ ਸਾਡੇ
ਓਵਰਸੀਜ਼ ਇੰਡੀਅਨ ਕਮਿਊਨਿਟੀ ਹੁੰਦੀ ਆ ਜੋ ਇੰਡੀਆ ਦੇ ਜਨਮ ਲੈ ਚੁੱਕੇ ਆ ਇੰਡੀਆ ਦੇ ਵਿੱਚ, ਉਦੋਂ ਬਾਅਦ ਕਿਸੇ ਦੂਜੀ ਕੰਟਰੀ ਦੇ ਵਿੱਚ ਜਾ ਕੇ ਰਹਿੰਦੇ ਆ, ਉੱਥੇ ਅਲੱਗ-ਅਲੱਗ ਜਾਂ ਵੱਡੀਆਂ ਵੱਡੀਆਂ ਪੋਜੀਸ਼ਨਸ 'ਤੇ ਨੇ, ਜਾਂ ਉਹ ਇੰਡੀਆ ਦੇ ਲਈ ਕਾਫੀ ਕੁਛ ਕਰ ਰਹੇ ਨੇ, ਕੰਟਰੀਬਿਊਸ਼ਨ ਕਰ ਰਹੇ ਨੇ ਇੰਡੀਆ ਦੀ ਡਿਵੈਲਪਮੈਂਟ ਦੇ ਲਈ, ਉਹਨਾਂ ਲੋਕਾਂ ਨੂੰ ਅਸੀਂ ਇਹ ਅਵਾਰਡ ਦਿੰਦੇ ਹਾਂ। ਅਤੇ ਇਸ ਦਿਨ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਇੰਡੀਆ ਬੁਲਾ ਕੇ ਸਨਮਾਨਿਤ ਵੀ ਕੀਤਾ ਜਾਂਦਾ ਆ। ਇਟ ਮੀਨਸ ਜਿਹੜੇ ਸਾਡੇ ਲੋਕ ਫੋਰਨ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਯਾਦ ਕਰਨ ਦੇ ਲਈ ਇਹ ਡੇ ਸੈਲੀਬ੍ਰੇਟ ਕਰਦੇ ਹਾਂ। ਜੇ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ ਤਾਂ 9 ਜਨਵਰੀ ਨੂੰ ਹੋਇਆ ਕੀ ਸੀਗਾ, ਇਸ ਕਰਕੇ ਇਸ ਨੂੰ ਅਸੀਂ ਇਹ ਦਿਨ ਚੁਣਿਆ ਗਿਆ ਆ ਕਿਉਂਕਿ 9 ਜਨਵਰੀ ਨੂੰ 1915 ਦੇ ਵਿੱਚ 1915 ਦੇ ਵਿੱਚ ਜਿਹੜੇ ਮਹਾਤਮਾ ਗਾਂਧੀ ਸੀਗੇ ਸਾਡੇ, ਉਹ ਰਿਟਰਨ ਹੋਏ ਸੀਗੇ ਇੰਡੀਆ ਫਰੋਮ ਸਾਊਥ ਅਫਰੀਕਾ। ਇਸ ਕਰਕੇ ਅਸੀਂ 9 ਜਨਵਰੀ ਨੂੰ ਐਜ਼ ਅ ਪ੍ਰਵਾਸੀ ਭਾਰਤੀ ਦਿਵਸ ਸੈਲੀਬ੍ਰੇਟ ਕਰਦੇ ਹਾਂ। ਇਹ ਬਹੁਤ ਇੰਪੋਰਟੈਂਟ ਆ। ਇਹਨੂੰ ਉਦੋਂ ਬਾਅਦ ਅਸੀਂ 2003 ਤੋਂ ਸੈਲੀਬ੍ਰੇਟ ਕਰਨਾ ਸਟਾਰਟ ਕੀਤਾ ਪ੍ਰੋਪਰਲੀ। ਫਿਰ 2015 ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਅਸੀਂ ਇਹਨੂੰ ਹਰੇਕ ਸਾਲ ਨਹੀਂ, ਐਵਰੀ ਸੈਕੰਡ ਈਅਰ ਮਤਲਬ 2 ਸਾਲ ਬਾਅਦ ਹੀ ਸੈਲੀਬ੍ਰੇਟ ਕਰਿਆ ਕਰਾਂਗੇ, ਅਤੇ ਹੁਣ ਇਹ ਹਰੇਕ 2 ਸਾਲ ਬਾਅਦ ਸੈਲੀਬ੍ਰੇਟ ਕੀਤਾ ਜਾਂਦਾ ਆ। ਜੇ ਆਪਾਂ 2021 ਦੀ ਗੱਲ ਕਰੀਏ, ਉਦੋਂ 16th ਨੰਬਰ ਦਾ ਸਾਡਾ ਪ੍ਰਵਾਸੀ ਭਾਰਤੀ ਦਿਵਸ ਸੀਗਾ, ਜੋ ਕਿ ਨਿਊ ਦਿੱਲੀ ਵਿੱਚ ਕੀਤਾ ਗਿਆ ਸੀਗਾ ਵਰਚੁਅਲੀ। ਕਿਉਂਕਿ ਉਦੋਂ ਕੋਵਿਡ ਦਾ ਦੌਰ ਚੱਲ ਰਿਹਾ ਸੀਗਾ, ਅਸੀਂ ਲੋਕੀ ਇੱਥੇ ਇਕੱਠੇ ਨਹੀਂ ਕੀਤੇ। ਅਤੇ ਉਹਦਾ ਥੀਮ ਕੀ ਸੀਗਾ? ਕੰਟਰੀਬਿਊਟਿੰਗ ਟੂ ਆਤਮ ਨਿਰਭਰ ਭਾਰਤ। ਥੀਮ ਜ਼ਰੂਰ ਯਾਦ ਰੱਖਿਓ ਜੀ। ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੁੰਦੀ ਹੈ ਯਾਦ ਕਰਨ ਵਾਲੀ, ਉਹ ਕੀ ਆ ਕਿ ਉਸ ਸਾਲ ਚੀਫ ਗੈਸਟ ਕੌਣ ਸੀਗੇ, ਅਤੇ ਜਿਹੜੇ ਚੀਫ ਗੈਸਟ ਸੀਗੇ ਉਹ ਸੀਗੇ ਸਾਡੇ ਕੋਲੇ ਚੰਦਰਿਕਾ ਪ੍ਰਸਾਦ ਸੰਤੋਖੀ ਜੀ, ਠੀਕ ਆ, CK ਸੰਤੋਖੀ, ਚਾਹੇ ਤੁਸੀਂ ਯਾਦ ਰੱਖ ਲਿਓ। ਇਹ ਪ੍ਰੈਜ਼ੀਡੈਂਟ ਨੇ ਰਿਪਬਲਿਕ ਆਫ ਸੁਰੀਨੇਮ, ਇਹ ਕੰਟਰੀ ਹੈ ਸੁਰੀਨੇਮ, ਉੱਥੋਂ ਦੇ ਇਹ ਪ੍ਰੈਜ਼ੀਡੈਂਟ ਨੇ। ਅਤੇ ਪ੍ਰਵਾਸੀ ਭਾਰਤੀ ਦਿਵਸ ਉਮੀਦਾ ਹੋ ਗਿਆ। ਇਹਦੀ ਡੇਟ ਯਾਦ ਰੱਖਿਓ। ਕਿਉਂ ਇਸ ਦਿਨ ਮਨਾਇਆ ਜਾਂਦਾ? ਕਿਉਂਕਿ ਜਿਹੜੇ ਮਹਾਤਮਾ ਗਾਂਧੀ ਸੀਗੇ ਉਹ ਆਪਣੇ ਸਾਊਥ ਅਫਰੀਕਾ ਤੋਂ ਵਾਪਸ ਆਏ ਸੀਗੇ, ਠੀਕ ਹੈ। ਉਦੋਂ ਬਾਅਦ ਹੈਗਾ ਸਾਡੇ ਕੋਲ ਨੈਕਸਟ ਨਿਊਜ਼ ਹੈ ਘੜਿਆਲ। ਘੜਿਆਲ ਕੀ ਹੁੰਦਾ ਸੀ? ਤੁਸੀਂ ਮਗਰਮੱਛ ਤਾਂ ਸੁਣਿਆ ਹੋਣਾ ਹੈ, ਉਸੇ ਟਾਈਪ ਦੀ ਕੋਈ ਚੀਜ਼ ਹੁੰਦੀ ਆ। ਨਿਊਜ਼ ਦੇ ਵਿੱਚ ਇਸ ਕਰਕੇ ਆ ਕਿਉਂਕਿ ਅਸਮ ਗੌਰਮੈਂਟ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤਾ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਔਰੰਗ ਨੈਸ਼ਨਲ ਪਾਰਕ ਆ, ਠੀਕ ਆ, ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਔਰੰਗ ਨੈਸ਼ਨਲ ਪਾਰਕ ਆ ਉਹ ਅਸਮ ਦੇ ਵਿੱਚ ਆ, ਉਹਨੂੰ ਹੋਰ ਐਕਸਟੈਂਡ ਕੀਤਾ ਗਿਆ ਉਹਦਾ ਏਰੀਆ, ਤਾਂ ਕਿ ਅਸੀਂ ਘੜਿਆਲ ਨੂੰ ਕੰਜ਼ਰਵ ਕਰ ਸਕੀਏ, ਠੀਕ ਆ। ਇਸ ਲਾਈਨ ਤੋਂ ਸਾਨੂੰ 2-3 ਚੀਜ਼ਾਂ ਪਤਾ ਲੱਗ ਗਈਆਂ। ਇੱਕ ਇਹ ਕਿ ਜਿਹੜੇ ਘੜਿਆਲ ਆ ਉਹ ਔਰੰਗ ਨੈਸ਼ਨਲ ਪਾਰਕ ਦੇ ਵਿੱਚ ਕੰਜ਼ਰਵ ਕੀਤੇ ਜਾਂਦੇ ਆ। ਦੂਜੇ ਨੰਬਰ 'ਤੇ ਔਰੰਗ ਨੈਸ਼ਨਲ ਪਾਰਕ ਸਾਨੂੰ ਅਸਮ ਦੇ ਵਿੱਚ ਮਿਲਦਾ। ਜੇ ਘੜਿਆਲ ਦੀ ਗੱਲ ਕਰੀਏ ਤਾਂ ਕ੍ਰਿਟੀਕਲੀ ਇੰਡੇਂਜਰਡ ਐਨੀਮਲ ਆ IUCN ਦੀ ਲਿਸਟ ਦੇ ਵਿੱਚ, ਇੱਦਾਂ ਦੇ ਕੁਐਸਚਨ ਬਣਦੇ ਹੁੰਦੇ, ਬਹੁਤ ਇੰਪੋਰਟੈਂਟ ਆ। ਅਤੇ ਜਿਹੜੇ ਬਰੀਡਿੰਗ ਸੈਂਟਰ ਇਹਨਾਂ ਨੂੰ ਕੰਜ਼ਰਵ ਕਰਨ ਦੇ ਲਈ ਇੰਡੀਆ ਦੇ ਵਿੱਚ ਘੜਿਆਲ ਹੈਗਾ ਆ ਕੁਕਰੇਲ ਘੜਿਆਲ ਰੀਹੈਬਲੀਟੇਸ਼ਨ ਸੈਂਟਰ, ਇੱਕ ਤਾਂ ਸਾਡੇ ਕੋਲ ਹੈਗਾ ਲਖਨਊ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ, ਇੱਕ ਹੈਗਾ ਸਾਡੇ ਕੋਲ ਨੈਸ਼ਨਲ ਚੰਬਲ ਸੈਂਚਰੀ ਜੋ ਕਿ ਸਾਨੂੰ ਮੱਧ ਪ੍ਰਦੇਸ਼ ਦੇ ਵਿੱਚ ਮਿਲਦੀ ਹੈ, ਅਤੇ ਤੀਜਾ ਅਸੀਂ ਔਰੰਗ ਨੈਸ਼ਨਲ ਪਾਰਕ ਦੇਖਿਆ ਆ। ਇਹਨਾਂ ਦੇ ਨਾਮ ਜ਼ਰੂਰ ਯਾਦ ਰੱਖਿਓ ਜੀ, ਕੁਐਸਚਨ ਬਣਦੇ ਹੁੰਦੇ ਇੱਥੋਂ। ਚਲੋ ਨੈਕਸਟ ਚੱਲਦੇ ਹਾਂ। ਸਾਡੇ ਕੋਲ ਨੈਕਸਟ ਹੈਗਾ ਵੀਰ ਬਾਲ ਦਿਵਸ। ਇਹ ਵੀ ਕਾਫੀ ਨਿਊਜ਼ ਦੇ ਵਿੱਚ ਸੀਗਾ ਕਿਉਂਕਿ 26 ਦਸੰਬਰ ਜੋ ਕਿ ਸਾਡੇ ਸਾਹਿਬਜ਼ਾਦਿਆਂ ਦਾ ਦਿਨ ਹੁੰਦਾ, ਸ਼ਹੀਦੀ ਦਿਵਸ ਹੁੰਦਾ ਆ, ਉਸ ਦਿਨ ਇੰਡੀਆ ਦੀ ਗੌਰਮੈਂਟ ਨੇ ਵੀਰ ਬਾਲ ਦਿਵਸ ਨੂੰ ਸੈਲੀਬ੍ਰੇਟ ਕਰਨ ਦਾ ਡਿਸੀਜਨ ਲਿਆ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ 4 ਸਾਹਿਬਜ਼ਾਦੇ ਹੋਏ ਨੇ, ਉਹਨਾਂ ਵਿੱਚੋਂ ਜਿਹੜੇ 4 ਸਾਹਿਬਜ਼ਾਦੇ ਆ ਉਹ ਜਦੋਂ ਸਾਨੂੰ ਪਤਾ, ਜੇ ਤੁਸੀਂ ਹਿਸਟਰੀ ਨੂੰ ਧਿਆਨ ਨਾਲ ਪੜ੍ਹਿਆ, ਉਸ ਟਾਈਮ 'ਤੇ ਕਾਫੀ ਇੱਕ ਇੱਦਾਂ ਦਾ ਦੌਰ ਸੀਗਾ ਜਦੋਂ ਕਿ ਇਹਨਾਂ ਸਾਹਿਬਜ਼ਾਦਿਆਂ ਦੀ ਸਾਡੇ ਲਈ ਹੀ ਸ਼ਹੀਦੀ ਹੋਈ ਸੀਗੀ, ਅਤੇ ਉਹਨਾਂ ਦੇ ਵਿੱਚੋਂ ਜਿਹੜੇ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਸੀਗੇ, ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਦੀ ਉਮਰ ਸੀਗੀ 6 ਸਾਲ ਅਤੇ 9 ਸਾਲ, ਉਹਨਾਂ ਦੀ ਯਾਦ ਦੇ ਵਿੱਚ ਹੀ ਵੀਰ ਬਾਲ ਦਿਵਸ ਨੂੰ ਸੈਲੀਬ੍ਰੇਟ ਕੀਤਾ ਗਿਆ। ਹਾਲਾਂਕਿ ਇਹ ਜਿਹੜਾ ਵੀਰ ਬਾਲ ਦਿਵਸ ਆ ਇਹ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਆ, ਲੇਕਿਨ 26 ਦਸੰਬਰ ਨੂੰ ਹੀ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਕਿਉਂਕਿ ਇਸ ਦਿਨ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਨੇ, ਉਹਨਾਂ ਦੇ 2 ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਦੀ ਸ਼ਹੀਦੀ ਇਸ ਦਿਨ ਹੋਈ ਸੀਗੀ, ਠੀਕ ਹੈ। ਚਲੋ ਨੈਕਸਟ ਚੱਲਦੇ ਹਾਂ। ਵਰਲਡ ਹਿੰਦੀ ਡੇ। ਵਰਲਡ ਹਿੰਦੀ ਡੇ ਨਿਊਜ਼ ਦੇ ਵਿੱਚ ਆ ਕਿਉਂਕਿ ਇਹਦੀ 10 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਵਰਲਡ ਹਿੰਦੀ ਡੇ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸਭ ਤੋਂ ਪਹਿਲੀ ਵਾਰ ਇਹਨੂੰ ਸੈਲੀਬ੍ਰੇਟ ਕੀਤਾ ਗਿਆ ਸੀਗਾ 2006 ਦੇ ਵਿੱਚ। ਉਹ ਇਸ ਕਰਕੇ ਕਿਉਂਕਿ ਅਸੀਂ 1975 ਦੇ ਵਿੱਚ ਦਾ ਫਰਸਟ ਵਰਲਡ ਹਿੰਦੀ ਕਾਨਫਰੰਸ ਹੋਈ ਸੀਗੀ, ਉਹਦੀ ਯਾਦ ਦੇ ਵਜੋਂ ਅਸੀਂ ਇਸ ਦਿਨ ਹੀ ਇਹਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ। ਅਤੇ ਜਿਹੜੀ ਉਹ ਵਰਲਡ ਦੀ ਫਰਸਟ ਕਾਨਫਰੰਸ ਹੋਈ ਸੀਗੀ ਹਿੰਦੀ ਕਾਨਫਰੰਸ, ਉਹ ਨਾਗਪੁਰ ਦੇ ਵਿੱਚ ਹੋਈ ਸੀਗੀ, ਠੀਕ ਹੈ, ਇਹ ਵੀ ਯਾਦ ਰੱਖਣਾ। ਅਤੇ ਹਿੰਦੀ ਜਿਹੜਾ ਵਰਲਡ ਹਿੰਦੀ ਦਿਵਸ ਆ ਉਹ ਹਿੰਦੀ ਡੇ ਜਿਹੜਾ ਸਾਡਾ ਨੈਸ਼ਨਲ ਹਿੰਦੀ ਡੇ ਆ ਉਹਦੇ ਨੂੰ ਅਲੱਗ ਆ, ਕਲੀਅਰ ਆ ਜੀ। ਅਤੇ ਜਿਹੜਾ ਵਰਲਡ ਹਿੰਦੀ ਸੈਕਟਰੇਟ ਆ ਇਹ ਸਾਨੂੰ ਮਿਲਦਾ ਆ ਮੌਰੀਸ਼ੀਅਸ ਦੇ ਵਿੱਚ। ਇਹ 2-3 ਗੱਲਾਂ ਨੇ। ਹੁਣ ਪਹਿਲਾਂ ਆਪਾਂ ਵਰਲਡ ਦੇ ਬਾਰੇ ਦੇਖਿਆ। ਵਰਲਡ ਹਿੰਦੀ ਦਿਵਸ 10 ਜਨਵਰੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ, ਅਤੇ ਇਹਦਾ ਸੈਕਟਰੇਟ ਸਾਨੂੰ ਮਿਲਦਾ ਆ ਮੌਰੀਸ਼ੀਅਸ ਦੇ ਵਿੱਚ। ਯਾਦ ਰੱਖਿਓ ਇਹ ਹਿੰਦੀ ਨੈਸ਼ਨਲ ਡੇ ਦੇ ਨਾਲੋਂ ਅਲੱਗ ਆ। ਹੁਣ ਆਪਾਂ ਦੇਖਦੇ ਹਾਂ ਜੀ ਨੈਸ਼ਨਲ ਹਿੰਦੀ ਡੇ ਕੀ ਆ। ਪਹਿਲਾਂ ਆਪਾਂ ਹਿੰਦੀ ਬਾਰੇ ਦੇਖੀਏ। ਹਿੰਦੀ ਇੱਕ ਉਹ ਲੈਂਗੁਏਜ ਆ ਜੋ ਕਿ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਲਿਖੀ ਜਾਂਦੀ ਆ। ਇਹ ਐਜ਼ ਅ ਆਫੀਸ਼ੀਅਲ ਲੈਂਗੁਏਜ ਅਡੋਪਟ ਕੀਤੀ ਗਈ ਸੀ 14 ਸਤੰਬਰ 1949 ਨੂੰ। ਇਸੇ ਕਰਕੇ ਜਿਹੜਾ ਨੈਸ਼ਨਲ ਹਿੰਦੀ ਦਿਵਸ ਆ ਇਹ 14 ਸਪਟੈਂਬਰ ਆ, ਠੀਕ ਆ। 10 ਜਨਵਰੀ ਹੈਗਾ ਸਾਡਾ ਵਰਲਡ ਹਿੰਦੀ ਡੇ, 14 ਸਤੰਬਰ ਹੈਗਾ ਸਾਡੇ ਕੋਲੇ ਨੈਸ਼ਨਲ ਹਿੰਦੀ ਦਿਵਸ,
ਠੀਕ ਹੈ। ਤੇ ਜਿਹੜਾ ਹਿੰਦੀ ਆ ਉਹ 8th ਸ਼ਡਿਊਲ ਦੇ ਵਿੱਚ ਆਉਂਦੀ ਆ, ਕਿਉਂਕਿ 8th ਸ਼ਡਿਊਲ ਦੇ ਵਿੱਚ ਸਾਡੇ ਕੋਲ ਸ਼ਡਿਊਲਡ ਲੈਂਗੁਏਜ ਨੇ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸੋ ਕਿ ਸ਼ਡਿਊਲਡ ਲੈਂਗੁਏਜ ਜਿਹੜੀਆਂ 8th ਸ਼ਡਿਊਲ ਦੇ ਵਿੱਚ ਨੇ ਉਹ ਨੰਬਰ ਦੇ ਵਿੱਚ ਕਿੰਨੀਆਂ ਨੇ, ਠੀਕ ਆ। ਟੋਟਲ ਐਟ ਪ੍ਰੈਜ਼ੈਂਟ ਕਿੰਨੀਆਂ ਨੇ, ਤੇ ਜਦੋਂ ਅਸੀਂ ਇੰਪਲੀਮੈਂਟ ਕੀਤਾ ਸੀਗਾ ਕਨਸਟੀਟਿਊਸ਼ਨ ਉਦੋਂ ਇਹ ਕਿੰਨੀਆਂ ਸੀਗੀਆਂ। ਕਲੀਅਰ। ਉਦੋਂ ਬਾਅਦ ਇੱਕ ਆਰਟੀਕਲ ਆ ਸਾਡੇ ਕੋਲੇ, ਆਰਟੀਕਲ 351, ਉਹਦੇ ਵਿੱਚ ਦੱਸਿਆ ਗਿਆ ਕਿ ਅਸੀਂ ਡਾਇਰੈਕਟਿਵਸ ਦਿੱਤੀਆਂ ਗਈਆਂ ਕਿ ਕਿਵੇਂ ਅਸੀਂ ਹਿੰਦੀ ਦੀ ਡਿਵੈਲਪਮੈਂਟ ਕਰਨੀ ਆ। ਆਰਟੀਕਲ 351 ਯਾਦ ਰੱਖਣਾ। ਇੱਕ ਹੋਰ ਆਰਟੀਕਲ ਆ ਜਿਹੜਾ ਹੈਗਾ 343, ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੀ ਸਾਡੀ ਆਫੀਸ਼ੀਅਲ ਲੈਂਗੁਏਜ ਆ ਉਹ ਹਿੰਦੀ ਆ, ਠੀਕ ਆ। ਆਰਟੀਕਲ 343 ਦੇ ਵਿੱਚ ਇਹ ਦੱਸਿਆ ਗਿਆ ਕਿ ਸਾਡੀ ਜਿਹੜੀ ਦੇਸ਼ ਦੀ ਆਫੀਸ਼ੀਅਲ ਲੈਂਗੁਏਜ ਉਹ ਹਿੰਦੀ ਆ, ਜੋ ਕਿ ਦੇਵਨਾਗਰੀ ਤੋਂ ਅਸੀਂ ਲਈ ਆ। ਅਤੇ ਆਰਟੀਕਲ 351 ਦੇ ਵਿੱਚ ਇਹ ਦੱਸਿਆ ਗਿਆ ਕਿ ਗੌਰਮੈਂਟ ਨੇ ਇਹਨੂੰ ਪ੍ਰਮੋਟ ਕਰਨ ਦੇ ਲਈ, ਡਿਵੈਲਪਮੈਂਟ ਕਰਨ ਦੇ ਲਈ ਕਾਫੀ ਕੁਝ ਕਰ ਰਿਹਾ ਆ। ਹਿੰਦੀ ਦੀ ਗੱਲ ਕਰੀਏ, ਜਿਹੜਾ ਹਿੰਦੀ ਵਰਡ ਆ ਇਹ ਪਰਸ਼ੀਅਨ ਲੈਂਗੁਏਜ ਦੇ ਵਰਡ ਹਿੰਦ ਤੋਂ ਲਿਆ ਗਿਆ ਆ, ਜਿਹਦਾ ਮੀਨਿੰਗ ਸੀਗਾ ਲੈਂਡ ਆਫ ਇੰਡਸ ਰੀਵਰ। ਕਲੀਅਰ ਆ ਜੀ। ਚਲੋ ਨੈਸ਼ਨਲ ਆਪਣੇ ਕੋਲ ਹੈਗਾ, ਨੈਕਸਟ ਹੈਗਾ ਆਪਣੇ ਕੋਲ ਨੈਸ਼ਨਲ ਯੂਥ ਡੇ। ਨੈਸ਼ਨਲ ਯੂਥ ਡੇ ਅਸੀਂ 12th ਜਨਵਰੀ ਨੂੰ ਸੈਲੀਬ੍ਰੇਟ ਕੀਤਾ ਆ ਔਨ ਦਾ ਬਰਥ ਐਨੀਵਰਸਰੀ ਆਫ ਸਵਾਮੀ ਵਿਵੇਕਾਨੰਦ ਜੀ। ਜਿਹੜੇ ਸਾਡੇ ਸਵਾਮੀ ਵਿਵੇਕਾਨੰਦ ਜੀ ਹੋਏ ਨੇ, ਉਹਨਾਂ ਦੇ ਜਨਮ ਦਿਨ 'ਤੇ ਹੀ ਅਸੀਂ ਨੈਸ਼ਨਲ ਯੂਥ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹ ਰਹੇ ਸਾਡੇ ਸਵਾਮੀ ਵਿਵੇਕਾਨੰਦ ਜੀ, ਠੀਕ ਆ ਜੀ। ਤੇ ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਉਮੀਦ ਆ ਤੁਹਾਨੂੰ ਜਿਹੜਾ ਪਾਰਟ ਨੰਬਰ 8 ਆ ਉਹ ਕਾਫੀ ਇੰਪੋਰਟੈਂਟ ਰਿਹਾ ਹੋਊਗਾ ਤੁਹਾਡੇ ਲਈ, ਤੁਸੀਂ ਧਿਆਨ ਨਾਲ ਦੇਖਿਆ ਹੋਊਗਾ। ਬਹੁਤ ਇੰਪੋਰਟੈਂਟ ਆ ਜੀ, ਬਾਰ-ਬਾਰ ਕਹਿ ਰਹੇ ਹਾਂ, ਧਿਆਨ ਨਾਲ ਕਰਿਓ, ਐਗਜ਼ਾਮ ਦੇ ਵਿੱਚ ਕੁਐਸਚਨ ਇੱਥੋਂ ਆ ਜਾਣੇ ਆ, ਠੀਕ ਆ। ਬਾਕੀ ਹੋਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਹੋਵੇ PPSC ਨੂੰ ਲੈ ਕੇ, PCS ਨੂੰ ਲੈ ਕੇ, UPSC ਦੇ ਐਗਜ਼ਾਮ ਨੂੰ ਲੈ ਕੇ, ਜਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਨੂੰ ਲੈ ਕੇ, ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।